ਚੈਨਲ 7 ਡੇ ਨਿਊਜ਼ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਖਿਲਾਫ ਵੱਡੀ ਜਿੱਤ ਦਰਜ ਕਰਨ ਵਾਲੇ ਵਿਧਾਨ ਸਭਾ ਹਲਕਾ ਮੌੜ ਤੋਂ ਇਸ ਵੇਲੇ ਲੋਕਾਂ ਵਿੱਚ ਕਾਂਗਰਸ ਪਾਰਟੀ ਦੇ ਦਿੱਗਜ ਆਗੂ ਵਜੋਂ ਵਿਚਰਨ ਵਾਲੇ ਹਲਕੇ ਦੇ ਟਕਸਾਲੀ ਅਤੇ ਪੱਕੇ ਵਸਿੰਦੇ ਮੈਡਮ ਪਰਮਜੀਤ ਕੌਰ ਪੀਰਜ਼ਾਦਾ। ਪਰਮਜੀਤ ਕੌਰ ਪੀਰਜ਼ਾਦਾ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਇਹ ਉਸ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਜਿਨ੍ਹਾਂ ਨੇ ਹਮੇਸ਼ਾ ਕਾਂਗਰਸ ਪਾਰਟੀ ਦਾ ਪੱਲਾ ਫੜ ਕੇ ਰੱਖਿਆ। ਮੈਡਮ ਪਰਮਜੀਤ ਕੌਰ ਪੀਰਜ਼ਾਦਾ ਨੇ 2003 ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਆਪਣੇ ਵਿਰੋਧੀ ਦੇ ਉੱਪਰ ਇੰਨੀ ਵੱਡੀ ਜਿੱਤ ਦਰਜ ਕੀਤੀ ਕਿ ਜਿਸ ਦੀਆਂ ਗੱਲਾਂ ਉਸ ਵੇਲੇ ਦੂਰ ਦਰੇਡੇ ਤੱਕ ਹੋਈਆਂ। ਪਰਮਜੀਤ ਕੌਰ ਪੀਰਜ਼ਾਦਾ ਜਿਨ੍ਹਾਂ ਨੇ ਕਾਂਗਰਸ ਪਾਰਟੀ ਲਈ ਵੱਖੋ ਵੱਖਰੇ ਸਮੇਂ ਦੇ ਉੱਤੇ ਬਤੌਰ ਅਬਜ਼ਰਵਰ, ਬਤੌਰ ਆਗੂ ਜ਼ਿਲ੍ਹਾ ਬਠਿੰਡਾ ਦੀਆਂ, ਮੁਕਤਸਰ ਜ਼ਿਲ੍ਹੇ ਦੀਆਂ ਵੱਖ-ਵੱਖ ਵਿਧਾਨ ਸਭਾ ਸੀਟਾਂ ਦੇ ਉੱਪਰ ਪਾਰਟੀ ਕੈਂਡੀਡੇਟਾਂ ਲਈ ਮਦਦ ਕੀਤੀ ਤੇ ਉਹਨਾਂ ਨੂੰ ਸੇਧ ਵੀ ਦਿੱਤੀ। ਅੱਜ ਉਹ ਵਿਧਾਨ ਸਭਾ ਹਲਕਾ ਮੌੜ ਦੇ ਵਿੱਚ ਲੋਕਾਂ ਵਿਚਕਾਰ ਵਿਚਰ ਰਹੇ ਨੇ। ਟਿਕਟ ਦੇ ਪ੍ਰਮੁੱਖ ਦਾਅਵੇਦਾਰ ਨੇ। ਗੱਲ ਕਰਦੇ ਹਾਂ ਮੈਡਮ ਪਰਮਜੀਤ ਕੌਰ ਪੀਰਜ਼ਾਦਾ ਨੇ। ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਡਮ, ਲੰਬੇ ਅਰਸੇ ਦੀ ਰੁਕਾਵਟ ਤੋਂ ਬਾਅਦ ਤੁਸੀਂ ਹਲਕੇ 'ਚ ਦਸਤਕ ਦਿੱਤੀ, ਉਹ ਕਿਉਂ? ਜੇ ਮੈਂ ਕਹਾਂ ਜੀ, ਰੁਕਾਵਟ ਕੋਈ ਨਹੀਂ ਸੀ ਜੀ, ਲੇਕਿਨ ਕੁਝ ਨਿੱਜੀ ਮਜਬੂਰੀਆਂ ਸੀ, ਬੱਚਿਆਂ ਦੀਆਂ ਕੁਝ ਜ਼ਿੰਮੇਵਾਰੀਆਂ ਸੀ ਜੀ। ਸੋ ਬਤੌਰ ਇੱਕ ਮਾਂ ਹੋਣ ਦੇ ਨਾਤੇ, ਮਦਰ ਹੋਣ ਦੇ ਨਾਤੇ ਬੱਚੇ ਕੁਝ ਇਹੋ ਜਿਹੀ ਸਟੇਜ ਤੇ ਸੀਗੇ ਕਿ ਉਹਨਾਂ ਨੂੰ ਮੈਂ ਸੈਟਲ ਕਰਨਾ ਚਾਹੁੰਦੀ ਸੀ ਤੇ ਇਸ ਵਜ੍ਹਾ ਨਾਲ ਕੁਝ ਸਮਾਂ ਮੈਂ ਪਿੰਡ ਘੱਟ ਆ ਸਕੀ ਜੀ। ਲੇਕਿਨ ਇਹਦਾ ਇਹ ਮਤਲਬ ਨਹੀਂ ਕਿ ਮੈਂ ਆਪਦੇ ਕੰਮ ਤੋਂ ਜਾਂ ਪਾਰਟੀ ਤੋਂ ਦੂਰ ਰਹੀ। ਜੀ। ਮੇਰੇ ਕੋਲ ਕਹਿਣ ਨੂੰ ਕੋਈ ਇਹੋ ਜਿਹਾ ਕੋਈ ਇਲੈਕਟਿਡ ਅਹੁਦਾ ਵੀ ਨਹੀਂ ਸੀਗਾ ਪੰਜਾਬ 'ਚ ਜੀ, ਲੇਕਿਨ ਡੈਜ਼ਿਗਨੇਟਿਡ ਪੋਸਟ ਐਜ਼ ਅ ਜਨਰਲ ਸੈਕਟਰੀ ਮੈਂ ਹੈਗੀ ਹਾਂ ਜੀ। ਲੇਕਿਨ ਉਸ ਤੋਂ ਪਹਿਲਾਂ ਮੈਂ ਪਾਰਟੀ ਦਾ ਹੀ ਕੰਮ ਦਿੱਲੀ ਤੋਂ ਕਰ ਰਹੀ ਸੀ। ਬੱਚੇ ਮੇਰੇ ਦਿੱਲੀ ਪੜ੍ਹ ਰਹੇ ਸੀ ਜੀ। ਸੋ ਬਹੁਤ ਲੰਬੇ ਅਰਸੇ ਤੋਂ ਮੈਂ ਕਾਂਗਰਸ ਪਾਰਟੀ ਨਾਲ ਆਲਮੋਸਟ 1992 ਤੋਂ ਜੁੜੇ। ਮੇਰੀ ਮੈਰਿਜ 1991 ਚ ਹੋਈ ਹੈ। 1992 ਤੋਂ ਮੈਂ ਥੋੜਾ ਐਕਟਿਵਲੀ ਇਨਵੋਲਵ ਹੋਣਾ ਸ਼ੁਰੂ ਕੀਤਾ ਜੀ। ਸੋ ਉਸ ਸਮੇਂ ਤੋਂ ਕਾਫੀ ਲੰਬਾ ਅਰਸਾ ਹੋ ਗਿਆ। ਕਦੇ ਮੈਂ ਪਾਰਟੀ ਤੋਂ ਮੂੰਹ ਨਹੀਂ ਮੋੜਿਆ, ਕਦੇ ਮੈਂ ਆਪਦੀ ਡਿਊਟੀਜ਼ ਤੋਂ ਮੂੰਹ ਨਹੀਂ ਮੋੜਿਆ। ਜਿਵੇਂ ਜਿਵੇਂ ਕਿਸੇ ਤਰ੍ਹਾਂ ਦੀ ਵੀ ਕੋਈ ਇਲੈਕਸ਼ਨ ਆਈ ਉਸ ਟਾਈਮ ਤੇ ਥੋੜਾ ਸਰਪੰਚੀ, ਬਲਾਕ ਸਮਿਤੀ ਉਸ ਲੈਵਲ ਤੇ ਇਨਵੋਲਵ ਹੁੰਦੇ ਸੀ। ਫਿਰ ਮੇਰੀ ਆਪਣੀ ਖੁਦ ਦੀ ਇਲੈਕਸ਼ਨ ਆਈ 2003 ਚ ਜ਼ਿਲ੍ਹਾ ਪਰਿਸ਼ਦ ਦੀ। ਜੀ। ਪਾਰਟੀ ਨੇ ਵੀ ਮੌਕਾ ਦਿੱਤਾ ਤੇ ਮੈਂ ਬਹੁਤ ਰਿਣੀ ਆ ਆਪਦੇ ਇਲਾਕੇ ਦੀ, ਆਪਦੇ ਹਲਕੇ ਦੇ ਲੋਕਾਂ ਦੀ ਕਿ ਉਹਨਾਂ ਨੇ ਇੱਕ ਇੰਨਾ ਵਿਸ਼ਵਾਸ ਦਿਖਾਇਆ। ਜੇ ਅੱਜ ਮੇਰੀ ਕੋਈ ਪਹਿਚਾਨ ਮੇਰੇ ਨਾਮ ਨਾਲ ਹੈ ਤਾਂ ਉਹ ਸਭ ਮੇਰੇ ਹਲਕੇ ਦੇ ਲੋਕਾਂ ਦੀ ਦੇਣ ਹੈ। ਸੋ ਇੱਕ ਬਹੁਤ ਵੱਡੀ ਜਿੱਤ ਨਾਲ ਜੋ ਮੈਨੂੰ ਖੁਦ ਨਹੀਂ ਮਤਲਬ ਅੰਦਾਜ਼ਾ ਸੀ ਕਿ ਇੰਨਾ ਪਿਆਰ ਮਿਲਣਾ ਹੈ ਲੋਕਾਂ ਕੰਨਿਓ। ਸੋ ਲੋਕਾਂ ਨੇ ਬਹੁਤ ਮਾਣ ਦਿੱਤਾ, ਬਹੁਤ ਪਿਆਰ ਦਿੱਤਾ, ਮੈਨੂੰ ਜ਼ਿਲ੍ਹਾ ਪਰਿਸ਼ਦ ਤੱਕ ਪਹੁੰਚਾਇਆ ਤੇ ਮੈਂ ਵੀ ਆਪਦੇ ਕੰਨਿਓ ਮੈਨੂੰ ਲੱਗਦਾ ਮੇਰੇ 100% ਤੋਂ ਵੀ ਵੱਧ ਜਿੰਨੀ ਵੀ ਮੈਂ ਕੋਸ਼ਿਸ਼ਾਂ ਕਰ ਸਕੀ ਮੈਂ ਆਪਦੇ ਆਪ ਨੂੰ ਪੂਰਾ ਉਹਨਾਂ ਦੀ ਐਕਸਪੈਕਟੇਸ਼ਨਸ 'ਚ ਉਤਰਨ ਦੇ ਕਾਬਲ ਬਣਾਉਣ ਦੀ ਕੋਸ਼ਿਸ਼ ਕੀਤੀ। ਮੈਡਮ, ਤੁਹਾਡਾ 2017 ਚ ਵੀ ਨਾਮ ਚੱਲਿਆ, 2012 ਚ ਵੀ, ਕਿਤੇ ਨਾ ਕਿਤੇ ਚੋਣਾਂ ਦੇ ਸਮੇਂ ਆ ਕੇ ਜਦੋਂ ਐਜ਼ ਅ ਪਾਰਟੀ ਵਰਕਰ ਲਾ ਲਓ ਜੀ, ਮੈਂ ਐਕਟਿਵ ਤਾਂ ਸੀਗੀ ਜੀ ਲੇਕਿਨ ਮੈਂ ਦਾਅਵਾ ਨਹੀਂ ਕੀਤਾ। ਮੈਂ ਐਵੇਂ ਕਵਾਂ 2012 ਚ ਵੀ ਮੈਂ ਜ਼ਿਆਦਾ ਦਾਅਵੇਦਾਰੀ ਨਹੀਂ ਦਿਖਾਈ ਜੀ। 2017 ਚ ਵੀ ਮੈਂ ਦਾਅਵੇਦਾਰੀ ਨਹੀਂ, ਕਿਉਂਕਿ ਉਸ ਟਾਈਮ ਤੇ ਮੈਂ ਖੁਦ ਮੈਂਟਲੀ ਪ੍ਰੀਪੇਅਰਡ ਨਹੀਂ ਸੀ। ਮੈਂ ਖੁਦ ਆਪਦੇ ਆਪ ਨੂੰ ਇਲੈਕਸ਼ਨ ਲਈ ਤਿਆਰ ਨਹੀਂ ਸਮਝਦੀ ਸੀ ਕਿਉਂਕਿ ਮੈਂ ਜਿਵੇਂ ਦੱਸਿਆ ਕਿ ਮੈਨੂੰ ਕੁਝ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਸੀਗੀਆਂ। ਸੋ ਮੈਨੂੰ ਪਤਾ ਸੀ ਮੈਂ ਕੋਈ ਵੀ ਚੀਜ਼ ਹਾਫ ਹਾਰਟਡ ਨਹੀਂ ਕਰਦੀ ਜਦੋਂ ਤੱਕ ਮੈਂ ਪੂਰੀ ਤਰ੍ਹਾਂ ਉਹਦੇ ਲਈ 100% ਤਿਆਰ ਨਹੀਂ। ਸੋ ਮੈਂ ਦਾਅਵੇਦਾਰੀ ਵੀ ਕੋਈ ਇਹੋ ਜਿਹੀ ਕੀਤੀ ਨਹੀਂ। ਉਸ ਟਾਈਮ ਤੇ ਮੇਰੀ ਵੈਸੇ ਡਿਊਟੀ ਲੱਗੀ। ਰਣਿੰਦਰ ਜੀ ਦਾ ਲੋਕ ਸਭਾ ਇਲੈਕਸ਼ਨ ਹੋਇਆ, ਮੈਨੂੰ ਦਿੱਲੀ ਤੋਂ ਭੇਜਿਆ ਗਿਆ। ਮੈਂ ਪੂਰੀ ਤਰ੍ਹਾਂ ਸੇ ਆਪਦੀ ਪੂਰੀ ਤਰ੍ਹਾਂ ਡਿਊਟੀ ਨਿਭਾਉਣ ਦੀ ਕੋਸ਼ਿਸ਼ ਕੀਤੀ।
ਉਸ ਤੋਂ ਬਾਅਦ ਕਰਨ ਬਰਾੜ ਜੀ ਹੋਰਾਂ ਦਾ ਇਲੈਕਸ਼ਨ ਹੋਇਆ ਮੌੜ ਆਪਣਾ ਮੁਕਤਸਰ ਤੋਂ ਜੀ ਮੈਂ ਉੱਥੇ ਡਿਊਟੀ ਨਿਭਾਈ। ਮਲੋਟ ਤੋਂ ਪੱਟੀ ਸਾਹਿਬ ਦਾ ਇਲੈਕਸ਼ਨ, ਉਦੋਂ ਵੀ ਮੇਰੀ ਡਿਊਟੀ ਲੱਗੀ, ਮੈਂ ਉੱਥੇ ਵੀ ਆਪਦੀ ਡਿਊਟੀ ਨਿਭਾਈ, ਪਰ ਉਦੋਂ ਮੈਂ ਕੋਈ ਇਹੋ ਜਿਹੀ ਦਾਅਵੇਦਾਰੀ ਨਹੀਂ ਕੀਤੀ। ਹੁਣ ਵੀ ਮੈਂ ਕੋਈ ਆਪਦੇ ਕੰਨਿਓ ਦਾਅਵੇਦਾਰੀ ਨਹੀਂ ਕਰ ਰਹੀ, ਪਰ ਮੇਰਾ ਇਲਾਕਾ ਹੈ ਇਸ ਟਾਈਮ ਤੇ ਮੈਂ ਮਤਲਬ ਫਾਰਗ ਆ ਆਪਣੀ ਜ਼ਿੰਮੇਦਾਰੀ ਤੋਂ। ਬੱਚੇ ਮੇਰੇ ਵੈਲ ਐਸਟੈਬਲਿਸ਼ਡ ਹੈ, ਬੱਚੇ ਮੇਰੇ ਸੈਟਲਡ ਹੈ। ਸੋ ਹੁਣ ਮੈਂ ਸੋਚਦੀ ਹਾਂ ਵੀ ਇਹ ਮੇਰੀ ਡਿਊਟੀ ਬਣਦੀ ਹੈ ਕਿ ਜੇ ਮੈਂ ਇਸ ਕੰਮ 'ਚ ਆਈ, ਪਹਿਲਾਂ ਜੇ ਲੋਕਾਂ ਨੇ ਉਹ ਵਿਸ਼ਵਾਸ ਦਿਖਾਇਆ, ਜ਼ਿਲ੍ਹਾ ਪਰਿਸ਼ਦ ਦਾ ਮੌਕਾ ਦਿੱਤਾ, ਤੇ ਜੇ ਮੈਨੂੰ ਕੋਈ ਮੌਕਾ ਮਿਲਦਾ ਅਦਰਵਾਈਜ਼ ਵੀ ਐਜ਼ ਅ ਵਰਕਰ ਮੈਨੂੰ ਕੋਈ ਇਸ ਚੀਜ਼ ਦੀ ਹੁਣ ਲਾਈਫ 'ਚ ਹੋਰ ਕੋਈ ਇਹੋ ਜਿਹੀ ਚਾਹਨਾ ਨਹੀਂ ਹੈ। ਮੈਂ ਇੱਕ ਸੋਸ਼ਲ ਵਰਕਰ ਦੇ ਤੌਰ ਤੇ ਵੀ ਆਪਦੇ ਇਲਾਕੇ ਲਈ ਕੰਮ ਕਰਨਾ ਚਾਹੁੰਦੀ ਹਾਂ। ਸੋ ਮੈਂ ਆਈ ਵਾਂਟ ਟੂ ਗਿਵ ਇਟ ਬੈਕ ਟੂ ਦ ਸੋਸਾਇਟੀ। ਉਹ ਵਾਲੀ ਗੱਲ ਹੈ ਕਿ ਮੈਨੂੰ ਹੁਣ ਆਪਦੇ ਲਈ ਕੰਮ ਨਹੀਂ ਕਰਨਾ, ਮੈਨੂੰ ਆਪਦੇ ਹਲਕੇ ਲਈ ਲੋਕਾਂ ਲਈ ਕੰਮ ਕਰਨਾ। ਜੀ ਮੈਡਮ, ਗੱਲ ਜੇ ਹਲਕੇ ਮੌੜ ਦੀ ਕਰੀਏ ਜੀ, ਬਹੁਤ ਬੁਰਾ ਹਾਲ ਹੈ ਹਲਕੇ ਦੇ। ਜੇ ਇਸ ਵੇਲੇ ਸਭ ਤੋਂ ਵੱਧ ਕੋਈ ਫਸਿਆ ਹੋਇਆ ਨਜ਼ਰ ਆ ਰਿਹਾ ਤਾਂ ਉਹ ਹਲਕੇ ਦਾ ਕਾਂਗਰਸੀ ਵਰਕਰ ਹੈ। ਹਲਕੇ ਦੇ ਵਿੱਚ 10 ਦੇ ਕਰੀਬ ਦਾਅਵੇਦਾਰ ਨੇ ਇਕੱਲੇ ਕਾਂਗਰਸ ਦੇ ਵਿੱਚ। ਇਹ ਕਾਂਗਰਸ ਦੇ ਵਿੱਚ ਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇੱਥੋਂ ਆਪਣਾ ਕੈਂਡੀਡੇਟ ਅਨਾਉਂਸ ਕੀਤਾ, ਆਵਾਜ਼ੇ ਪੰਜਾਬ ਜਗਮੀਤ ਸਿੰਘ ਬਰਾੜ ਜੀ। ਹਜੇ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਤਾਂ ਨਹੀਂ ਅਨਾਉਂਸ ਕੀਤਾ, ਪਰ ਉਹਨਾਂ ਦਾ ਹਲਕਾ ਇੰਚਾਰਜ ਹੈ ਸੁਖਬੀਰ ਸਿੰਘ। ਪਰ ਇੱਥੇ ਇੱਕ ਹਲਕਾ ਇੰਚਾਰਜ ਹੋਣ ਦੇ ਬਾਵਜੂਦ ਉਹਨਾਂ ਦਾ ਦੂਸਰੇ ਕਿਸੇ ਬੰਦੇ ਨੇ ਦਾਅਵੇਦਾਰੀ ਨਹੀਂ ਜਤਾਈ, ਚਾਹੇ ਬਹੁਤ ਜਣਿਆਂ ਦੇ ਨਾਮ ਚੱਲ ਰਹੇ ਆ ਪਰ ਅਜੇ ਤੱਕ ਨਹੀਂ। ਪਰ ਕਾਂਗਰਸ ਦਾ ਹਾਲ ਇੱਥੇ ਬਹੁਤ ਬੁਰਾ। ਇਸ ਭੀੜ ਦੇ ਵਿੱਚ ਹਲਕਾ ਇੰਚਾਰਜਾਂ ਦੀ ਦੇ ਵਿੱਚ ਤੁਸੀਂ ਗਵਾਚ ਨਹੀਂ ਜਾਓਗੇ। ਦੇਖੋ ਜੀ, ਮੇਰਾ ਤਾਂ ਆਪਣਾ ਪਿੰਡ ਹੈ, ਆਪਣਾ ਹਲਕਾ ਹੈ, ਆਪਣਾ ਪਰਿਵਾਰ ਹੈ। ਗਵਾਚਣ ਵਾਲੀ ਤਾਂ ਕੋਈ ਗੱਲ ਮੈਂ ਸਮਝਦੀ ਹਾਂ ਵੀ ਉਹ ਸੋਚਣੀ ਵੀ ਹੈ ਨਾ, ਜ਼ਿਆਦਾ ਕਾਰਨ ਹੈ ਵੀ ਨਹੀਂ, ਸਮਝ ਵੀ ਨਹੀਂ। ਕਾਰਨ ਇਹ ਹੈ ਜੀ ਮੈਡਮ, ਜ਼ਿਆਦਾਤਰ ਇੱਥੇ ਜੋ ਖੁਦ ਨੂੰ ਹਲਕਾ ਇੰਚਾਰਜ ਅਖਵਾਉਂਦੇ ਆ ਜਾਂ ਖੁਦ ਨੂੰ ਇੱਥੇ ਆ ਕੇ ਲੋਕਾਂ ਦੇ ਸਾਹਮਣੇ ਰੱਖਦੇ ਆ, ਇੱਕ ਅੱਧੇ ਨੂੰ ਤਾਂ ਪਾਰਟੀ ਨੇ ਸ਼ਾਇਦ ਜ਼ਿੰਮੇਵਾਰੀ ਦਿੱਤੀ ਆ, ਬਾਕੀ ਜਣੇ 9 ਜਣੇ ਤਾਂ ਜਿਹੜੇ ਹੈਗੇ ਆ ਉਹ ਖੁਦ ਨੂੰ ਹਲਕਾ ਇੰਚਾਰਜ ਕਹੀ ਜਾਂਦੇ ਆ। ਕੋਈ ਮੁਕਤਸਰ ਤੋਂ ਚੱਲਦਾ, ਕੋਈ ਕਿਤੋਂ ਚੱਲਦਾ, ਬਹੁਤ ਦੂਰ ਦਰੇਡੇ ਤੋਂ ਚੱਲਦੇ ਆ ਕੇ ਮੌੜ ਸੀਟ ਦੇ ਉੱਤੇ। ਤੁਸੀਂ ਤਾਂ ਇਸ ਮੌੜ ਸੀਟ ਦੇ ਜ਼ਿਲ੍ਹੇ ਦੇ ਪਿੰਡ ਦੇ ਪੀਰਕੋਟ ਦੇ ਪੱਕੇ ਵਸਿੰਦੇ ਹੋ, ਤੁਹਾਡੀ ਜ਼ਮੀਨ ਜਾਇਦਾਦ ਹੈ, ਤੁਹਾਡੀ ਰਿਹਾਇਸ਼ ਹੈ, ਤੁਸੀਂ ਤਾਂ ਦਾਅਵਾ ਜਤਾਓ ਤੇ ਹੋਰ ਵੀ ਬਹੁਤ ਜਣੇ ਜਤਾ ਰਹੇ ਆ। ਨਹੀਂ ਦੇਖੋ ਜੀ, ਦਾਵਾ ਜਤਾਉਣਾ ਹਰ ਕਿਸੇ ਦਾ ਡੈਮੋਕ੍ਰੈਟਿਕ ਰਾਈਟ ਹੈ। ਬਿਲਕੁਲ, ਹਾਂ। ਕੋਈ ਵੀ ਇੰਡੀਅਨ ਸਿਟੀਜ਼ਨ ਹੈ, ਉਹਦਾ ਡੈਮੋਕ੍ਰੈਟਿਕ ਰਾਈਟ ਹੈ ਵੀ ਉਹ ਜਿੱਥੋਂ ਮਰਜ਼ੀ ਆਪਦਾ ਦਾਵਾ ਇਲੈਕਸ਼ਨ ਲੜੇ, ਦਾਵਾ ਜਿਤਾਵੇ। ਬਟ ਮਤਲਬ ਇਹ ਹੈ ਵੀ ਦਾਵਾ ਤੁਸੀਂ ਆਪਣੇ ਰਾਈਟ ਤਾਂ ਤੁਸੀਂ ਸਮਝਦੇ ਹੋ ਵੀ ਸਾਡਾ ਰਾਈਟ ਹੈ ਦਾਵਾ ਕਰਨਾ, ਲੇਕਿਨ ਸਾਡੀਆਂ ਕੁਝ ਡਿਊਟੀਆਂ ਵੀ ਹੈ। ਬਿਲਕੁਲ। ਜੇ ਅਸੀਂ ਆਪਣੇ ਆਪ ਨੂੰ, ਸਪੋਜ਼ ਮੈਂ ਆਪਦੇ ਤੇ ਗੱਲ ਕਰਦੀ ਹਾਂ, ਜੇ ਮੈਂ ਆਪਦੇ ਆਪ ਨੂੰ ਕੋਈ ਹਲਕਾ ਇੰਚਾਰਜ ਕਵਾਂ ਜਾਂ ਮੈਂ ਕੋਈ ਪਾਰਟੀ ਕੰਨਿਓ ਆਪਦੇ ਆਪ ਨੂੰ ਨੁਮਾਇੰਦਾ ਕਵਾਂ, ਵਰਕਰ ਕਵਾਂ, ਜੋ ਵੀ ਤੁਸੀਂ ਨਾਮ ਦੇ ਲਓ, ਜੀ ਬਿਲਕੁਲ, ਮੇਰਾ ਇਕੱਲਾ ਹੱਕ ਨਹੀਂ ਹੈ ਵੀ ਮੈਂ ਟਿਕਟ ਦਾ ਦਾਵਾ ਕਰਾਂ, ਮੇਰੀਆਂ ਡਿਊਟੀਆਂ ਵੀ ਹੈ। ਬਿਲਕੁਲ। ਸੋ ਮੈਨੂੰ ਲੋੜ ਹੈ ਕਿ ਮੈਂ ਆਪਣੀ ਡਿਊਟੀਆਂ ਨੂੰ ਸਮਝਾਂ, ਲੋਕਾਂ ਦੀ ਪਰੇਸ਼ਾਨੀਆਂ ਨੂੰ ਸਮਝਾਂ, ਉਹਨਾਂ ਨੂੰ ਸੁਣਾ, ਮੁਸ਼ਕਲਾਂ ਮੰਗਾਂ, ਬਿਲਕੁਲ ਬਰਾਬਰ ਬੈਠ ਕੇ ਉਹਨਾਂ ਨੂੰ ਸੁਣਾ ਤੇ ਉਹਨਾਂ ਦੀ ਸੋਲਿਊਸ਼ਨ ਕੱਢਾਂ ਜੀ। ਜੇ ਮੈਂ ਉਹ ਨਹੀਂ ਕਰ ਸਕਦੀ ਤਾਂ ਮੇਰਾ ਕੋਈ ਹੱਕ ਨਹੀਂ ਬਣਦਾ ਕਿ ਮੈਂ ਕਿਸੇ ਚੀਜ਼ ਦਾ ਦਾਵਾ ਵੀ ਕਰਾਂ। ਬਿਲਕੁਲ। ਸੋ ਇੱਕ ਡਿਊਟੀ ਬਣਦੀ ਹੈ। ਜੇ ਤੁਸੀਂ ਕਹਿੰਦੇ ਹੋ, ਤੁਸੀਂ ਵਿਚਰ ਰਹੇ ਹੋ ਹਲਕੇ 'ਚ, ਹੁਣ ਮੈਂ ਰੀਜ਼ਨ ਦੱਸਿਆ ਵੀ ਮੈਂ ਕਿਸੇ ਵਜ੍ਹਾ ਨਾਲ, ਮਜਬੂਰੀ ਨਿੱਜੀ ਵਜ੍ਹਾ ਸੀ, ਬਟ ਬੱਚਿਆਂ ਕਰਕੇ ਮੈਨੂੰ ਦੂਰ ਰਹਿਣਾ ਪਿਆ। ਬਟ ਉਹਦਾ ਇਹ ਮਤਲਬ ਨਹੀਂ ਸੀ ਕਿ ਮੈਂ ਦੂਰ ਸੀ ਤਾਂ ਮੈਂ ਆਪਣੇ ਇਲਾਕੇ ਤੋਂ ਵੱਖਰੀ ਸੀ। ਮੇਰੇ ਹਲਕੇ ਦੇ ਲੋਕ ਮੇਰੇ ਨਾਲ ਕਨੈਕਟਡ ਸੀ ਜੀ। ਬਹੁਤ ਤਰ੍ਹਾਂ ਦੇ ਲੋਕਾਂ ਦੇ ਪਰਸਨਲ ਕੰਮ ਬਹੁਤ ਕੀਤੇ। ਜਦੋਂ ਵੀ ਕਿਸੇ ਦਾ ਕੋਈ ਪਰਸਨਲ ਕੰਮ ਆ ਜਾਣਾ, ਅੱਜ ਕੱਲ ਫੋਨਾਂ ਤੇ ਵੀ ਕੰਮ, ਇਹ ਨੀਅਤ ਹੋਣੀ ਚਾਹੀਦੀ ਕੰਮ ਕਰਨ ਦੀ, ਠੀਕ ਹੈ ਨਾ ਜੀ। ਸੋ ਕੋਈ ਡਿਸਟੈਂਸ ਮੈਟਰ ਨਹੀਂ ਕਰਦਾ। ਜੇ ਮੈਂ ਫਿਜ਼ੀਕਲੀ ਨਹੀਂ ਆ ਸਕੀ, ਮੇਰੇ ਲੋਕ ਵੀ ਉਹ ਗੱਲ ਸਮਝਦੇ ਸੀ ਵੀ ਕੋਈ ਵਜ੍ਹਾ ਹੈ ਕਿ ਮੈਂ ਨਹੀਂ ਆ ਸਕਦੀ, ਲੇਕਿਨ ਉਹਦਾ ਇਹ ਮਤਲਬ ਨਹੀਂ ਹੈ ਕਿ ਮੈਂ ਉਹਨਾਂ ਤੋਂ ਟੁੱਟੀ ਵੀ ਸੀ। ਮੈਂ ਆਪਦਾ ਕੰਮ ਜਾਰੀ ਰੱਖਿਆ, ਪਾਰਟੀ ਕੰਨਿਓ ਵੀ ਮੈਂ ਆਪਦਾ ਕੰਮ ਜਾਰੀ ਰੱਖਿਆ। ਸ਼ਾਇਦ ਇਸੇ ਕਰਕੇ ਅੱਜ ਵੀ ਮੈਂ ਪਾਰਟੀ ਨਾਲ ਜੁੜੀ ਹੋਈ ਹਾਂ। 1992 ਤੋਂ ਕਾਫੀ ਲੰਬਾ ਅਰਸਾ ਹੋ ਗਿਆ, 30 ਸਾਲ ਦਾ। ਲੇਕਿਨ ਮੈਂ ਅੱਜ ਤੱਕ ਰਿਕਾਰਡ ਹੈ, ਮੈਂ ਕਦੇ ਆਪਦੇ ਲਈ ਮੰਗਿਆ ਨਹੀਂ, ਪਾਰਟੀ ਤੋਂ ਦਾਵਾ ਨਹੀਂ ਕੀਤਾ ਕਦੇ ਵੀ।
ਹੁਣ ਮੈਂ ਕਹਿੰਨੀ ਆ ਵੀ ਹੁਣ ਮੈਂ ਤਿਆਰ ਹਾਂ, ਬਿਕੋਜ਼ ਹੁਣ ਮੈਂ ਹੋਰ ਜ਼ਿੰਮੇਵਾਰੀਆਂ ਤੋਂ ਫਾਰਗ ਹਾਂ। ਹੁਣ ਮੈਂ 100% ਚਾਹੁੰਦੀ ਆ ਵੀ ਮੈਂ ਕੰਮ ਕਰਾਂ, ਬਿਲਕੁਲ ਆਪਣੇ ਲੋਕਾਂ 'ਚ ਰਹਿ ਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੋਲਿਊਸ਼ਨਸ ਲੱਭੀਏ, ਕੋਈ ਤਰੀਕੇ ਨਾਲ ਕੰਮ ਕਰੀਏ ਉਹਨਾਂ ਲਈ। ਮੈਂ ਸੁਸਾਇਟੀ ਨੂੰ ਦੇਣਾ ਚਾਹੁੰਦੀ ਆ ਵਾਪਸ। 2003 ਦੇ ਵਿੱਚ ਜਦੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤੀ ਤੁਸੀਂ, ਉਸ ਤੋਂ ਬਾਅਦ ਇਹ ਗੱਲ ਬੜੀ ਉੱਭਰ ਕੇ ਸਾਹਮਣੇ ਆਈ ਵੀ ਤੁਸੀਂ ਪਾਰਟੀ ਹਾਈ ਕਮਾਂਡ ਦੇ ਬਹੁਤ ਨੇੜੇ ਹੋ ਜੀ। ਤੁਸੀਂ ਉਹਨਾਂ ਟਾਈਮਾਂ ਦੇ ਵਿੱਚ ਕਿਹੜੇ ਕੋਈ ਕੰਮ ਕੀਤੇ ਵਿਕਾਸ ਦੇ ਜਿਹੜੇ ਤੁਸੀਂ ਅੱਜ ਗਿਣਾ ਸਕਦੇ ਹੋ? ਦੇਖੋ ਜੀ, ਤੁਹਾਨੂੰ ਲੋਕ ਵੀ ਦੱਸਣਗੇ। ਮੈਨੂੰ ਕੋਈ ਇਸ ਗੱਲ 'ਚ ਮੈਂ ਬਲਕਿ ਖੁਦ ਹੈਰਾਨ ਹੋਈ ਵੀ ਕੁਛ ਅਰਸੇ ਤੱਕ ਜਿਵੇਂ ਮੈਂ ਪਰੇ ਵੀ ਰਹੀ, ਬਿਲਕੁਲ, ਲੇਕਿਨ ਲੋਕ ਉਹੀ ਹੈ। ਸਭ ਤੁਹਾਨੂੰ ਅੱਜ ਵੀ ਖਿੜੇ ਮੱਥੇ ਹੱਥ ਫੈਲਾ ਕੇ ਖੁੱਲ ਕੇ ਮਿਲਦੇ ਉਹੀ ਭੈਣ ਭਰਾ ਜੀ। ਕਿਉਂਕਿ ਮੈਂ ਕੋਸ਼ਿਸ਼ ਕੀਤੀ ਕਿ ਮੈਂ ਕੰਮ ਕੀਤੇ ਜਿੰਨੇ ਵੀ ਮੇਰੀ ਨਜ਼ਰ 'ਚ ਆਏ ਜੀ। ਸੋ ਉਸ ਟਾਈਮ ਤੇ ਸਾਡਾ ਬਹੁਤ ਵੱਡਾ ਮਸਲਾ ਸੀ ਪਾਣੀ ਦਾ, ਇਰੀਗੇਸ਼ਨ ਦੀ ਬਹੁਤ ਪ੍ਰੋਬਲਮ ਸੀ। ਬਿਲਕੁਲ, ਇਰੀਗੇਸ਼ਨ ਕਰੇ ਪਾਣੀ ਬਹੁਤ ਨੀਵਾਂ ਚਲਾ ਗਿਆ ਸੀ। ਉਸ ਟਾਈਮ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਕੇ, ਕੈਬਨਿਟ ਮਿਨਿਸਟਰ ਮੌਕੇ ਤੇ ਆਏ ਜੀ। ਸੋ ਉਹਨਾਂ ਨੇ ਮੌਕੇ ਤੇ ਆ ਕੇ ਜਿੰਨਾ ਵੀ ਜਿੱਥੇ ਜਿੱਥੇ ਉਹਨਾਂ ਨੂੰ ਪ੍ਰੋਬਲਮ ਸੀਗੀ, ਉਹ ਆਪ ਜਾ ਕੇ ਮੌਕੇ ਤੇ ਜਾ ਕੇ ਉਹਨਾਂ ਨੇ ਉਹ ਚੀਜ਼ਾਂ ਮੌਕੇ ਤੇ ਹੱਲ ਕੀਤੀਆਂ। ਪਾਵਰ ਦੀ ਬਹੁਤ ਪ੍ਰੋਬਲਮ ਸੀ। 2 ਟਰਾਂਸਫਾਰਮਰ ਇੱਕ ਚੌਕੇ ਪਿੰਡ ਬਾਲਿਆਂ ਵਾਲੀ ਜੀ ਮੇਰੀ ਦੇਖ ਰੇਖ 'ਚ ਲੱਗੇ। ਬਹੁਤ ਡਿਮਾਂਡ ਸੀ ਉਹਦੀ। ਪਿੰਡਾਂ ਨੂੰ ਗ੍ਰਾਂਟਾਂ, ਨਾ ਸਿਰਫ ਮੇਰਾ ਉਦੋਂ ਗਿੱਲ ਕਲਾਂ ਜ਼ੋਨ ਸੀ, ਉਦੋਂ ਜੋਗਾ ਹਲਕਾ ਹੋਇਆ ਕਰਦਾ ਸੀ। ਬਿਲਕੁਲ ਜੀ, ਬਿਲਕੁਲ। ਸੋ ਮੇਰੇ ਜੋਗੇ ਹਲਕੇ 'ਚ ਗਿੱਲ ਕਲਾਂ ਜ਼ੋਨ 'ਚ ਮੇਰੇ 15 ਪਿੰਡ ਆਉਂਦੇ ਸੀ। ਸਾਡਾ ਬਲਾਕ ਰਾਮਪੁਰਾ ਪੈਂਦਾ ਸੀ, ਲੇਕਿਨ ਮੌੜ ਬਲਾਕ ਦੇ 3 ਪਿੰਡ ਜੋ ਜੋਗੇ 'ਚ ਵੀ ਸ਼ਾਮਲ ਨਹੀਂ ਸੀ, ਪਰ ਉਹ ਮੇਰੇ ਹਲਕੇ ਸੀਗੇ, ਤੁਹਾਡੇ ਜ਼ੋਨ 'ਚ ਸੀਗੇ। ਉਦੋਂ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਸੀ ਵੀ ਡੀਲਿਮਿਟੇਸ਼ਨ ਹੋਣੀ ਹੈ, ਮੌੜ ਹਲਕਾ ਬਣਨਾ। ਸੋ ਮੇਰਾ ਨਿੱਜੀ ਉਹਦੇ 'ਚ ਕੋਈ ਇੰਟਰਸਟ ਨਹੀਂ ਸੀ, ਲੇਕਿਨ ਕਿਉਂਕਿ ਉਹ ਮੇਰਾ ਹਲਕਾ ਸੀ, ਮੈਂ ਫੇਰ ਵੀ ਉਸ ਹਲਕੇ 'ਚ ਲਿਮਿਟਡ ਨਹੀਂ ਰਹੀ। ਇੱਕ ਡਿਸਟ੍ਰਿਕਟ ਲੈਵਲ ਤੇ ਮੈਂ ਜ਼ਿਲ੍ਹਾ ਪਰਿਸ਼ਦ ਸ਼ਾਮਲ ਹੋਈ। ਉਸ ਤੋਂ ਬਾਅਦ ਮੈਨੂੰ ਪਲੈਨਿੰਗ ਬੋਰਡ ਦਾ ਮੈਂਬਰ ਬਣਾਇਆ ਗਿਆ, ਗ੍ਰੀਵੈਂਸਸ ਕਮੇਟੀ ਦਾ ਵੀ ਬਣਾਇਆ ਗਿਆ। ਫਿਰ ਮੈਂ ਡਾਇਰੈਕਟਰ PSIDC ਵੀ ਰਹੀ ਜੀ। ਸੋ ਮੈਨੂੰ ਜ਼ਿੰਮੇਵਾਰੀਆਂ ਕਈ ਮਿਲੀਆਂ। ਯੂਥ ਕਾਂਗਰਸ ਦੀ ਵਾਈਸ ਪ੍ਰੈਜ਼ੀਡੈਂਟ ਵੀ ਰਹੀ। ਸੋ ਪਾਰਟੀ ਕਰਨੀ ਉਹ ਬਹੁਤ ਜ਼ਿੰਮੇਵਾਰੀਆਂ ਮਿਲੀਆਂ। ਫਿਰ ਯੂਨੀਅਨ ਮਿਨਿਸਟਰੀ 'ਚ ਮੈਨੂੰ ਫਰਟੀਲਾਈਜ਼ਰ, ਕੈਮੀਕਲ ਫਰਟੀਲਾਈਜ਼ਰ 'ਚ ਇੱਕ ਐਡਵਾਈਜ਼ਰੀ ਬੋਰਡ ਹੁੰਦਾ, ਉਹਦਾ ਵੀ ਮੈਨੂੰ ਮੈਂਬਰ ਲਾਇਆ ਗਿਆ ਸੈਂਟਰ ਲੈਵਲ ਤੇ। ਸੋ ਮੈਂ ਆਪਦੀ ਜੋ ਵੀ ਮੇਰੀਆਂ ਡਿਊਟੀਜ਼ ਮੈਨੂੰ ਮਿਲੀਆਂ, ਐਟ ਅ ਟਾਈਮ ਮੈਂ ਕੋਈ 6-7 ਆਰਗੇਨਾਈਜੇਸ਼ਨਸ ਨਾਲ ਜੁੜੀ ਹੋਈ ਸੀ, ਡਿਪਾਰਟਮੈਂਟਸ ਨਾਲ। ਸੋ ਪਿੰਡਾਂ 'ਚ ਜਿੰਨਾ ਕੁ ਵੀ ਮੈਂ ਆਪਦਾ ਵਿਕਾਸ ਦੀ ਔਰ ਕੰਮ ਕਰ ਸਕਦੀ ਸੀ, ਨਾ ਸਿਰਫ ਮੇਰੇ ਜ਼ੋਨ 'ਚ, ਮੇਰੇ ਕੋਲ ਮਾਨਸਾ ਕੰਨੀਓ ਵੀ ਲੋਕ ਆਉਂਦੇ ਸੀ। ਉਸ ਟਾਈਮ ਤੇ ਤਲਵੰਡੀ ਹਲਕੇ 'ਚੋਂ ਵੀ ਹੁਣ ਕਈ ਪਿੰਡ ਹੁਣ ਮੌੜ 'ਚ ਪੈ ਗਏ ਡੀਲਿਮਿਟੇਸ਼ਨ ਤੋਂ ਬਾਅਦ, ਉਧਰਲੀ ਬੈਲਟ। ਪਰ ਉਦੋਂ ਮੈਨੂੰ ਕੋਈ ਅੰਦਾਜ਼ਾ ਨਹੀਂ ਸੀ, ਪਰ ਉਧਰੋਂ ਵੀ ਲੋਕ ਆਉਂਦੇ ਸੀ। ਮੇਰੇ ਕੋਲ ਬਠਿੰਡਾ ਰੂਰਲ ਤੋਂ ਵੀ ਲੋਕ ਆਉਂਦੇ ਸੀ, ਜਿਨ੍ਹਾਂ ਨਾਲ ਮੇਰਾ ਕੋਈ ਰੋਜ਼ ਦਾ ਕੋਈ ਇਹੋ ਜਿਹੀ ਇੰਟਰੈਕਸ਼ਨ ਨਹੀਂ ਸੀ, ਲੇਕਿਨ ਉਹ ਲੋਕ ਆਉਂਦੇ ਸੀ ਮੇਰੇ ਕੋਲ। ਇੱਕ ਬੰਦੇ ਨੇ, ਕਿਸੇ ਨੇ ਆ ਜਾਣਾ, ਬੀਬੀ ਜੀ ਵੀ ਸਾਡਾ ਤਾਂ ਘੱਟ ਹੈ ਗਿਆ, ਅਸੀਂ ਸੁਣਿਆ ਤੁਸੀਂ ਘਰ ਪਵਾਉਂਦੇ ਹੋ। ਕਿਉਂਕਿ ਮੇਰੇ ਹਲਕੇ 'ਚ ਮੈਂ ਮੰਗ ਕੇ ਪੰਚਾਇਤਾਂ ਤੋਂ ਵੀ ਘਰ ਪਵਾ ਲਓ, ਰਾਜੀਵ ਗਾਂਧੀ ਆਵਾਸ ਯੋਜਨਾ ਚੱਲਦੀ ਹੈ, ਗਰੀਬ ਲੋਕਾਂ ਦੇ ਘਰ ਪੈ ਜਾਣਗੇ, ਮੈਨੂੰ ਮਤੇ ਪਾ ਕੇ ਦਿਓ। ਸੋ ਹਰ ਪਿੰਡ 'ਚ ਤਕਰੀਬਨ 15 ਤੋਂ 25 ਤੋਂ 30 ਘਰ, ਜਿਵੇਂ ਜਿਵੇਂ ਪਿੰਡ ਦੇ ਸਾਈਜ਼ ਦੇ ਮੁਤਾਬਕ, ਰਿਕੁਆਇਰਮੈਂਟ ਦੇ ਮੁਤਾਬਕ। ਮੇਰੇ ਹਲਕੇ 'ਚ ਤਾਂ ਪੈਣੇ ਹੀ ਪੈਣੇ ਸੀ, ਲੇਕਿਨ ਬਾਕੀ ਪਿੰਡਾਂ 'ਚ ਜੇ ਕਿਸੇ ਪਿੰਡ ਦਾ ਇੱਕ ਬੰਦਾ ਵੀ ਆ ਜਾਣਾ, ਮੈਂ ਉਹਨੂੰ ਕਹਿਣਾ ਜੀ ਤੁਹਾਡੇ ਸਰਪੰਚ ਸਾਹਿਬ ਨਾਲ ਗੱਲ ਕਰਾ ਦਿਓ। ਸਰਪੰਚ ਸਾਹਿਬ ਨੂੰ ਮੈਂ ਬੇਨਤੀ ਕਰਨੀ ਜੀ ਤੁਹਾਡੇ ਕਿੰਨੇ ਘਰ ਪੈਣ ਵਾਲੇ, ਕਿੰਨੀ ਰਿਕੁਆਇਰਮੈਂਟ ਹੈ। ਉਹਨਾਂ ਨੇ ਕਹਿਣਾ ਜੀ ਸਾਡੇ ਤਾਂ 17 ਪਿੰਡ ਹੈ ਜੀ। ਸਾਡੇ ਰਾਮਨਗਰ ਪਿੰਡ ਹੈ ਇੱਕ, ਉਹ ਹੁਣ ਹਲਕੇ 'ਚ ਸ਼ਾਮਲ ਹੋਇਆ। ਤੇ ਹੋਰ ਬੜੇ ਪਿੰਡ ਹੈ ਜਿਹੜੇ ਤਲਵੰਡੀ ਹਲਕੇ 'ਚੋਂ ਮੇਰੇ ਕੋਲ ਲੋਕ ਆਏ, ਤੇ ਮੈਂ ਉਦੋਂ ਉਹਨਾਂ ਦੇ ਮਤੇ ਪਵਾ ਕੇ, ਕਿਸੇ ਨੂੰ ਸਾਂਝੇ ਕੰਮਾਂ 'ਚ ਵੀ ਪ੍ਰੋਬਲਮ ਸੀ ਉਹਨਾਂ ਪਿੰਡਾਂ 'ਚ, ਕਈਆਂ 'ਚ ਅਕਾਲੀ ਪੰਚਾਇਤਾਂ। ਫਿਰ ਉਹ ਵੈਸੇ ਮੈਂ ਤਾਂ ਉਸ ਚੀਜ਼ ਨੂੰ ਇੱਕ ਐਕਸਕਿਊਜ਼ ਸਮਝਦੀ ਹਾਂ ਵੀ ਹੋਣਾ ਨਹੀਂ ਚਾਹੀਦਾ ਹੈ, ਵੀ ਜਦੋਂ ਇੱਕ ਵਾਰੀ ਕੋਈ ਵੀ ਸਰਕਾਰ ਆ ਗਈ, ਹਿੱਸਾ ਤਾਂ ਪੰਜਾਬ ਦਾ ਹੀ ਹੈ। ਬਿਲਕੁਲ ਬਿਲਕੁਲ। ਸੋ ਕੋਈ ਵੀ ਸਰਕਾਰ ਆ ਗਈ, ਬਣਦਾ ਨੀਗਾ ਇਹ ਕਹਿਣਾ ਵੀ ਉੱਥੇ ਉਲਟ ਦੀ ਪੰਚਾਇਤ ਹੈ ਜੀ, ਉੱਥੇ ਫਲਾਨੀ ਪੰਚਾਇਤ ਹੈ। ਇਹਦੇ 'ਚ ਲੋਕ ਸਫਰ ਕਰਦੇ ਆ, ਮੈਂ ਉਸ ਚੀਜ਼ ਨੂੰ ਗਲਤ ਸਮਝਦੀ ਹਾਂ ਜੀ। ਬਿਲਕੁਲ। ਸੋ ਹੈ ਤਾਂ ਸਾਰੇ ਪੰਜਾਬ ਦਾ ਹੀ ਹਿੱਸਾ। ਇੱਕ ਵਾਰੀ ਵੋਟਾਂ ਪੈ ਗਈਆਂ, ਜੋ ਵੀ ਸਰਕਾਰ ਬਣ ਗਈ, ਉਦੋਂ ਬਾਅਦ ਉਹ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਉਹ ਸਾਰੇ ਪੰਜਾਬ ਨੂੰ ਇਕੱਠਾ ਲੈ ਕੇ ਚੱਲਣ।
ਸੋ ਮੈਂ ਉਸੇ ਤਰੀਕੇ ਨਾਲ ਮੇਰਾ ਇੱਕ ਜ਼ੋਨ ਸੀ, ਮੈਂ ਉਹ ਜ਼ਿਲ੍ਹਾ ਪਰਿਸ਼ਦ ਜ਼ੋਨ ਜਿੱਤਿਆ, ਪਰ ਮੇਰੇ ਲਈ ਮੇਰਾ ਜ਼ਿਲ੍ਹਾ ਬਠਿੰਡਾ ਸੀ ਜੀ। ਸੋ ਜ਼ਿਲ੍ਹੇ ਬਠਿੰਡੇ 'ਚ ਕੋਈ ਵੀ ਹਲਕਾ ਹੈ ਭਾਵੇਂ, ਕੋਈ ਵੀ ਪਿੰਡ ਹੈ ਉਹ ਮੇਰਾ ਹੀ ਜੇ ਹੈ। ਤੁਹਾਡੇ ਕੋਲ ਕੋਈ ਆ ਗਿਆ ਤਾਂ ਮੇਰਾ ਬਣਦਾ ਨਹੀਂ ਉਹਨੂੰ ਸਵਾਲ ਕਰਨਾ ਕਿ ਤੁਸੀਂ ਅੱਛਾ ਤੁਹਾਡੀ ਅਕਾਲੀ ਪੰਚਾਇਤ ਹੈ ਜਾਂ ਤੁਹਾਡੀ ਦੂਜੀ ਪੰਚਾਇਤ ਹੈ ਜਾਂ ਜੋ ਵੀ ਹੈ, ਮਤਲਬ ਉਹ ਚੀਜ਼ ਬਣਦੀ ਨਹੀਂ। ਤੁਹਾਡੇ ਕੋਲ ਇੱਕ ਰਿਕੁਆਇਰਮੈਂਟ ਲੈ ਕੇ ਕੋਈ ਬੰਦਾ ਆ ਗਿਆ ਤਾਂ ਤੁਹਾਡੀ ਡਿਊਟੀ ਬਣਦੀ ਹੈ ਐਜ਼ ਅ ਰਿਪਰੈਜ਼ੈਂਟੇਟਿਵ, ਤੁਸੀਂ ਗਵਰਨਮੈਂਟ ਨਾਲ ਜੁੜੇ ਹੋਏ ਹੋ ਤਾਂ ਤੁਸੀਂ ਉਹਨਾਂ ਦੇ ਕੰਮ ਕਰੋ। ਹੁਣ ਤੁਸੀਂ 6-7 ਦਿਨ ਤੋਂ ਲਗਾਤਾਰ ਵਿਚਰੇ ਹੋ ਹਲਕੇ ਦੇ ਵਿੱਚ, ਪਹਿਲਾਂ ਤਾਂ ਕਿਹੋ ਜਿਹਾ ਹੰਗਾਰਾ ਮਿਲ ਰਿਹਾ? ਬਹੁਤ ਵਧੀਆ ਜੀ, ਮੈਨੂੰ ਬੜਾ ਚੰਗਾ ਲੱਗ ਰਿਹਾ। ਜਿਵੇਂ ਇੱਕ ਵਾਰੀ ਹੁੰਦਾ ਨਾ ਤੁਸੀਂ, ਮੈਨੂੰ ਕੰਮ ਨਹੀਂ ਲੱਗ ਰਿਹਾ, ਮੈਨੂੰ ਇਹ ਲੱਗ ਰਿਹਾ ਵੀ ਮੈਂ ਬਹੁਤ ਆਰਾਮ 'ਚ ਆਪਣੇ ਘਰ 'ਚ ਮਤਲਬ ਵਿਚਰ ਰਹੀ ਹਾਂ ਤੇ ਉਹਨਾਂ ਦੇ, ਹਾਂਜੀ ਬਹੁਤ ਬਹੁਤ ਵਧੀਆ ਲੱਗ ਰਿਹਾ ਜੀ। ਕਿਹੋ ਜਿਹੀਆਂ ਮੁਸ਼ਕਲਾਂ ਤੁਸੀਂ ਦੇਖੀਆਂ ਇੱਥੇ? ਮੁਸ਼ਕਲਾਂ ਤਾਂ ਦੇਖੋ ਜੀ, ਮੈਂ ਰਹੀ ਹਾਂ ਇੱਥੇ ਇੰਨੇ ਸਾਲ, ਪਿੰਡਾਂ 'ਚ ਹੀ ਰਹੀ ਹਾਂ ਜੀ ਬਿਲਕੁਲ। ਸੋ ਬੱਚੇ ਵੀ ਮੇਰੇ ਇੱਥੇ ਪੜ੍ਹੇ ਆ, ਇੱਥੇ ਵੱਡੇ ਹੋਏ ਆ, ਸੋ ਮਤਲਬ ਜਾਣਕਾਰੀ ਸਾਰੀ ਹੈ, ਹਰ ਪਿੰਡ ਦੀ ਪ੍ਰੋਬਲਮ ਦਾ ਪਤਾ ਹੈ ਕਿਉਂਕਿ ਅਸੀਂ ਲੰਘਦੇ ਰਹੇ ਹਾਂ ਉਹਦੇ ਵਿੱਚ ਦੀ, ਸਾਨੂੰ ਸਭ ਪਤਾ ਹੈ ਉੱਥੇ ਵੀ ਕਿਹੜੇ ਪਿੰਡ 'ਚ ਕਿੱਥੋਂ ਦੀ ਕਿਹੋ ਜਿਹੀ ਪ੍ਰੋਬਲਮ ਹੈ। ਸੋ ਪੂਰਾ ਅੰਦਾਜ਼ਾ ਹੈ ਲੋਕਾਂ ਦੀ ਤਕਲੀਫ ਦਾ। ਸੋ ਮੈਂ ਤਾਂ ਉਹੀ ਕਹਿ ਰਹੀ ਹਾਂ ਵੀ ਮੇਰਾ ਹਮੇਸ਼ਾ ਯਤਨ ਰਹੂਗਾ, ਟਿਕਟ ਮਿਲਣੀ, ਇਲੈਕਸ਼ਨ ਹੋਣਾ ਉਹ ਚੀਜ਼ ਇੱਕ ਪਾਸੇ, ਪਰ ਮੇਰਾ ਹਮੇਸ਼ਾ ਯਤਨ ਰਹੂਗਾ ਵੀ ਜਿੰਨੇ ਵੀ ਇਲਾਕੇ ਦੀਆਂ ਪ੍ਰੋਬਲਮਸ ਆ ਉਹਨਾਂ ਦੀ ਸੋਲੂਸ਼ਨ। ਪਾਰਟੀ ਹਾਈ ਕਮਾਂਡ ਨੇ ਹਰੀ ਝੰਡੀ ਦਿੱਤੀ ਹੈ? ਦੇਖੋ ਸਾਰੀ ਪਾਰਟੀ ਹਾਈ ਕਮਾਂਡ ਦੀ ਵਰਕ ਹੈ ਨਾ ਜੀ, ਨਹੀਂ ਬਿਲਕੁਲ, ਕਿਤੇ ਨਾ ਕਿਤੇ ਉਹਨੇ ਸਾਬੜਾ ਦਿੱਤਾ ਹੁੰਦਾ ਵੀ ਜਾਓ ਕੰਮ ਕਰੋ। ਬਿਲਕੁਲ ਹੈ ਜੀ, ਕੰਮ ਤਾਂ ਕਰਨਾ, ਡਿਊਟੀ ਬਣੀ ਹੈ ਸਾਡੀ, ਕੰਮ ਤਾਂ ਕਰਨਾ, ਪਾਰਟੀ ਹਾਈ ਕਮਾਂਡ ਦਾ ਹੀ ਹੁਕਮ ਹੈ ਵੀ ਕਰੋ, ਕਾਂਗਰਸ ਨੂੰ ਸਟਰੋਂਗ ਬਣਾਓ। ਅਕਾਲੀ ਦਲ ਨੇ ਬਹੁਤ ਸਟਰੋਂਗ ਕੈਂਡੀਡੇਟ ਦਿੱਤਾ ਹੈ, ਜਗਮੀਤ ਸਿੰਘ ਬਰਾੜ ਜੀ, ਜਿਨ੍ਹਾਂ ਕੋਲੇ ਦੇਖੋ ਕਿਤੇ ਨਾ ਕਿਤੇ ਉਹਨਾਂ ਨੇ ਲੋਕ ਸਭਾ ਦੇ ਵਿੱਚ ਬੋਲਿਆ ਹੋਇਆ, ਉਹਨਾਂ ਦਾ ਵੱਡਾ ਨਾਮ ਹੈ। ਜੇ ਪਾਰਟੀ ਤੁਹਾਨੂੰ ਟਿਕਟ ਦਿੰਦੀ ਹੈ, ਇੱਥੋਂ ਅਨਾਉਂਸ ਕਰਦੀ ਹੈ, ਤੁਹਾਨੂੰ ਨਹੀਂ ਲੱਗਦਾ ਵੀ ਉਹ ਇੱਕ ਵੱਡਾ ਨਾਮ ਹੈ, ਇੱਕ ਵੱਡਾ ਚਿਹਰਾ ਹੈ? ਭਾਵੇਂ ਪਿਛਲੀ ਵਾਰੀ ਲੰਬੇ ਸਮੇਂ ਤੋਂ ਉਹ ਉਖੜੇ ਜਿਹੇ ਫਿਰਦੇ ਸੀਗੇ, ਤੁਹਾਡੀ ਕਾਂਗਰਸ ਦਾ ਹੀ ਹਿੱਸਾ ਰਹੇ ਨੇ ਉਹ ਕਿਸੇ ਵੇਲੇ, ਤੇ ਉਹ ਮੈਂ ਉਹੀ ਕਹਿਣ ਲੱਗੀ ਸੀ ਵੀ ਉਹ ਕਿਸੇ ਟਾਈਮ ਤੇ ਸਾਡਾ ਹੀ ਹਿੱਸਾ ਰਹੇ ਹੈ। ਪਹਿਲਾਂ ਤਾਂ ਆਈ ਥਿੰਕ ਉਹ ਸੈਟਲ ਡਾਊਨ ਹੋ ਜਾਣ ਜੀ, ਦੁਆ ਕਰਦੇ ਹਾਂ ਵੀ ਸ਼ਾਇਦ ਉਹਨਾਂ ਨੂੰ ਕਾਂਗਰਸ ਨਾਲ ਵੱਧ ਪਿਆਰ ਮਿਲੇ ਜੀ। ਉਹਨਾਂ ਨੇ ਸਾਰੀ ਉਮਰ, ਵੈਸੇ ਉਹਨਾਂ ਦੀ ਫੈਮਿਲੀ ਦਾ ਵੀ ਇਹ ਰਿਹਾ ਵੀ ਉਹ ਕੱਟੜ ਕਾਂਗਰਸੀ ਰਹੇ ਆ, ਲੇਕਿਨ ਚਲੋ ਉਹ ਉਹਨਾਂ ਦਾ ਪਰਸਨਲ ਡਿਸੀਜਨ ਹੈ, ਹਾਲਾਤਾਂ ਦੀ ਵਿਡੰਬਨਾ ਹੁੰਦੀ ਹੈ ਜੀ। ਵਿਦ ਆਲ ਡਿਊ ਰਿਸਪੈਕਟ ਮੈਂ ਉਹਨਾਂ ਨੂੰ ਬੈਸਟ ਵਿਸ਼ੇਸ ਦਿੰਦੀ ਹਾਂ, ਤੇ ਬਾਕੀ ਤਾਂ ਦੇਖੋ ਜੀ ਡਿਸੀਜਨ ਤਾਂ ਜਨਤਾ ਜਨਾਰਦਨ ਹੈ, ਉਹ ਸਾਡਾ ਸ਼ੀਸ਼ਾ ਹੈ ਜੋ ਸਾਨੂੰ ਦਿਖਾਉਣਗੇ ਵਾਪਸ ਰਿਫਲੈਕਸ਼ਨ, ਹੈ ਨਾ ਜੀ। ਸੋ ਮੈਂ ਤਾਂ ਆਪਣੇ ਹਲਕੇ ਤੇ ਛੱਡਦੀ ਹਾਂ ਸਾਰਾ, ਜੋ ਉਹਨਾਂ ਦਾ ਡਿਸੀਜਨ ਹੋਊਗਾ ਸਰ ਮੱਥੇ। ਜੇ ਪਰਮਾਤਮਾ ਕਰਦਾ ਤੇ ਤੁਹਾਨੂੰ ਟਿਕਟ ਵੀ ਮਿਲ ਜਾਂਦੀ ਹੈ ਤੇ ਸਰਕਾਰ ਵੀ ਬਣ ਜਾਂਦੀ ਹੈ ਤੇ ਤੁਸੀਂ ਵੀ ਜਿੱਤ ਜਾਂਦੇ ਹੋ, ਤਾਂ ਹਲਕੇ ਦੇ ਲੋਕਾਂ ਲਈ ਕਿਹੜੇ ਉਹ ਕੰਮ ਆ ਜਿਹੜੇ ਤੁਸੀਂ ਕਰੋਗੇ? ਸਭ ਤੋਂ ਪਹਿਲਾਂ ਮੇਰੀ ਪ੍ਰਾਇੋਰਟੀ ਤਾਂ ਜੀ ਬੱਚੇ ਤੇ ਔਰਤਾਂ ਖਾਸ ਤੌਰ ਤੇ ਜੀ, ਕਿਉਂਕਿ ਜੋ ਵੀ ਹੈ ਆਪਾਂ ਅੱਜ 2022 ਚ ਆ, ਪਰ ਕਿਤੇ ਨਾ ਕਿਤੇ ਅੱਜ ਵੀ ਅਸੀਂ ਤਾਂ ਫਕਰ ਨਾਲ ਦੱਸਦੇ ਹਾਂ ਮੇਰੇ ਬੱਚੇ ਫਿਲਮ ਇੰਡਸਟਰੀ 'ਚ ਹੈ ਜੀ। ਮੇਰੇ ਬੱਚੇ ਕਦੇ ਵੀ ਕੋਈ ਪੁੱਛਦਾ ਹੈ ਤਾਂ ਉਹ ਬੜੇ ਫਕਰ ਨਾਲ ਦੱਸਦੇ, ਉਹ ਕਦੇ ਇਹ ਨਹੀਂ ਕਹਿੰਦੇ, ਆਮ ਤੌਰ ਤੇ ਹੁੰਦਾ ਵੀ ਅਸੀਂ ਪੰਜਾਬ ਤੋਂ ਆ, ਚੰਡੀਗੜ੍ਹ ਤੋਂ ਜੀ, ਲੇਕਿਨ ਮੇਰੇ ਬੱਚੇ ਬਹੁਤ ਫਕਰ ਨਾਲ ਦੱਸਦੇ ਕਿ ਨਹੀਂ ਜੀ ਅਸੀਂ ਪੰਜਾਬ ਤੋਂ, ਬਠਿੰਡੇ ਤੋਂ, ਬਠਿੰਡੇ ਦੇ ਕੋਲ ਸਾਡਾ ਪਿੰਡ ਹੈ। ਸੋ ਆਏ ਆਪਦੇ ਆਪ ਨੂੰ ਉਹ ਆਪਦੀਆਂ ਇੰਟਰਵਿਊਜ਼ ਵੀ ਇਨਫੈਕਟ ਉਹ ਆਏ ਪ੍ਰੋਜੈਕਟ ਕਰਦੇ ਆਪਦੇ ਆਪ ਨੂੰ, ਬਿਕੋਜ਼ ਉਹਨਾਂ ਨੂੰ ਬਹੁਤ ਮਾਣ ਹੈ ਅਸੀਂ ਕਿੱਥੋਂ ਆਉਂਦੇ ਹਾਂ ਜੀ। ਬਿਲਕੁਲ। ਸੋ ਸਾਡੀਆਂ ਤਾਂ ਰੂਟਸ ਹੈ, ਸਾਡਾ ਆਪਦਾ ਏਰੀਆ, ਪਰ ਇੱਥੇ ਫਿਰ ਵੀ ਮੈਂ ਮਹਿਸੂਸ ਕਰਦੀ ਹਾਂ ਵੀ ਜਦੋਂ ਗੱਲ ਕਰੀਦੀ ਹੈ ਨਾ, ਕਿਸੇ ਨੂੰ ਦੱਸੀਦਾ, ਤਾਂ ਬਠਿੰਡੇ ਨੂੰ ਪਤਾ ਨਹੀਂ ਕਿਉਂ, ਬਠਿੰਡਾ ਹਾਲਾਂਕਿ ਐਜ਼ ਅ ਸ਼ਹਿਰ ਮੈਂ ਐਲੈਬੋਰੇਟ ਕਰਦੀ ਹਾਂ, ਫਿਰ ਲੋਕਾਂ ਨੂੰ ਕਹਿੰਦੇ ਅੱਛਾ ਬਠਿੰਡਾ, ਬਠਿੰਡੇ ਦਾ ਇੱਕ ਮਜ਼ਾਕ ਸਮਝਦੇ ਹੈ, ਜਿਵੇਂ ਮੂਵੀਜ਼ 'ਚ ਵੀ ਕਹਿ ਦਿੰਦੇ ਹੈ ਨਾ। ਸੋ ਮੈਂ ਉਸ ਚੀਜ਼ ਨੂੰ ਮਹਿਸੂਸ ਕੀਤਾ ਵੀ ਮੈਂ ਫਿਰ ਐਲੈਬੋਰੇਟ ਕਰਕੇ ਦੱਸਦੀ ਹਾਂ ਵੀ ਬਠਿੰਡੇ 'ਚ 3 ਥਰਮਲ ਪਲਾਂਟ ਹੈ, ਸਾਡੇ NFL ਦੀ ਸਭ ਤੋਂ ਵੱਡੀ ਯੂਨਿਟ ਹੈ, ਏਸ਼ੀਆ ਦਾ ਸਭ ਤੋਂ ਵੱਡਾ ਗੋਲਫ ਕੋਰਸ ਹੈ,
ਸੈਕਿੰਡ ਲਾਰਜੈਸਟ ਸਾਡੀ ਸਭ ਤੋਂ ਵੱਡੀ ਕੰਟੋਨਮੈਂਟ ਹੈ, ਸਾਡਾ ਸਭ ਤੋਂ ਵੱਡਾ ਰੇਲਵੇ ਜੰਕਸ਼ਨ ਹੈ, ਰੇਲਵੇ ਜੰਕਸ਼ਨ ਹੈ ਇੱਥੇ, ਫਿਰ ਸਾਡੇ ਰਜ਼ੀਆ ਸੁਲਤਾਨ ਦਾ ਕਿਲਾ ਸਾਹਿਬ ਹੈ, ਕਿਲਾ ਮੁਬਾਰਕ, ਕਿਲਾ ਮੁਬਾਰਕ। ਸੋ ਕਿੰਨੀਆਂ ਚੀਜ਼ਾਂ ਹੈ ਜਿਹੜੀਆਂ ਲੋਕਾਂ ਨੂੰ ਇਸ ਚੀਜ਼ ਬਾਰੇ ਸ਼ੌਣੀ ਮੈਂ ਦੱਸਿਆ ਕਿ ਗਵਰਨਮੈਂਟ ਸਾਡੀ ਏਸ਼ੀਆ 'ਚ ਸੈਕਿੰਡ ਬੈਸਟ। ਸੋ ਇਹ ਚੀਜ਼ਾਂ ਵੀ ਲੋਕਾਂ ਨੂੰ ਪਤਾ ਹੀ ਨਹੀਂ। ਅੱਜ ਕੱਲ ਦਾ ਐਜੂਕੇਸ਼ਨ ਦਾ ਹੱਬ ਬਣਿਆ ਪਿਆ, ਉਹ ਤਾਂ ਉਦੋਂ ਜ਼ਿਆਦਾ ਵੀ ਕੋਟਾ ਤੋਂ ਬਾਅਦ ਹੁਣ ਬਠਿੰਡਾ ਸੈਕਿੰਡ ਸਭ ਤੋਂ ਵੱਡਾ ਟਿਊਟੋਰੀਅਲ ਹੈ ਜੀ। ਬਿਲਕੁਲ। ਸੋ ਬਹੁਤ ਚੀਜ਼ਾਂ ਹੈਗੀਆਂ ਵੀ ਉਹ ਚੀਜ਼ਾਂ ਫਿਰ ਲੋਕਾਂ ਦੀਆਂ ਅੱਖਾਂ ਖੁੱਲਦੀਆਂ ਕਿ ਅੱਛਾ ਬਠਿੰਡਾ, ਉਹਨਾਂ ਨੂੰ ਲੱਗਦਾ ਕਿ ਬਠਿੰਡਾ ਇੱਕ ਛੋਟਾ ਜਿਹਾ ਪਿੰਡ ਹੈ, ਉਹਨਾਂ ਨੂੰ ਇਹ ਨਹੀਂ ਪਤਾ ਵੀ ਬਠਿੰਡਾ ਐਡਾ ਵੱਡਾ ਜ਼ਿਲ੍ਹਾ ਹੈ ਤੇ ਕਿੰਨਾ ਸਕੋਪ ਹੈ ਅੱਗੇ। ਹੁਣ ਰਿਫਾਈਨਰੀ ਆਉਣ ਨਾਲ ਵੀ ਕਿੰਨੇ ਚੇਂਜਸ ਆਏ ਹੈ, ਕਿੰਨੀਆਂ ਜੌਬ ਓਪਰਚੁਨਿਟੀਜ਼ ਹੋਈਆਂ, ਇੰਡਸਟਰੀ ਵੀ ਆ ਰਹੀ ਹੈ, ਸਭ ਕੁਛ ਹੈ। ਸੋ ਗੱਲ ਇਹ ਹੈ ਵੀ ਫੇਰ ਵੀ ਕਿਤੇ ਨਾ ਕਿਤੇ ਤੁਹਾਡੇ ਕਹਿਣ ਵਾਲੀ ਗੱਲ ਕਿ ਮੌੜ ਏਰੀਆ ਜਿਹੜਾ ਸਾਡਾ ਜੋਗਾ ਹਲਕਾ ਸੀ ਜਾਂ ਮੌੜ, ਇਹ ਚੀਜ਼ ਕਿਤੇ ਨਾ ਕਿਤੇ ਪਛੜੀ ਰਹਿ ਗਈ। ਬਿਲਕੁਲ, ਇਹਨੂੰ ਪਿਛੜਾ ਮੰਨਿਆ ਜਾਂਦਾ। ਸੋ ਉਸ ਕਰਕੇ ਮਤਲਬ ਇੱਕ ਮੈਂਟੈਲਿਟੀ ਵੀ ਉਹੋ ਜਿਹੀ ਰਹਿ ਗਈ ਕਿ ਲੇਡੀਜ਼ ਨੂੰ ਉਨੀਆਂ ਓਪਰਚੁਨਿਟੀਜ਼ ਮਿਲਦੀਆਂ ਨਹੀਂ, ਸਾਡੀਆਂ ਲੜਕੀਆਂ ਵਾਸਤੇ ਪ੍ਰੋਪਰ ਐਜੂਕੇਸ਼ਨ ਦਾ ਸਾਧਨ ਨਹੀਂ। ਬਿਲਕੁਲ। ਸੋ ਐਜੂਕੇਸ਼ਨ ਮੇਰਾ ਸਭ ਤੋਂ ਵੱਡਾ ਕੰਸਰਨ ਹੈ। ਹੈਲਥ ਕੇਅਰ, ਅੱਜ ਵੀ ਪਿੰਡਾਂ 'ਚ ਲੋਕ ਝਿਜਕਦੇ ਹੈ, ਲੇਡੀਜ਼ ਨੂੰ ਪ੍ਰੋਪਰ ਟਰੀਟਮੈਂਟਸ ਨਹੀਂ ਮਿਲਦੀਆਂ, ਬਜ਼ੁਰਗਾਂ ਨੂੰ ਪ੍ਰੋਪਰ ਟਰੀਟਮੈਂਟਸ ਨਹੀਂ ਮਿਲਦੀਆਂ। ਸੋ ਉਹ ਤਾਂ ਚਲੋ ਮੁੱਖ ਮੰਤਰੀ ਸਾਹਿਬ ਨੇ ਆਫ ਲੇਟ ਹੁਣ ਅਨਾਊਂਸਮੈਂਟ ਵੀ ਕੀਤੀ ਹੈ ਤੇ ਮੈਨੂੰ ਯਕੀਨ ਹੈ ਕਿ ਡਿਸਪੈਂਸਰੀਆਂ ਜਲਦੀ ਸਟਾਰਟ ਹੋ ਜਾਣਗੀਆਂ ਪਿੰਡਾਂ 'ਚ, ਉਹ ਕਰ ਰਹੇ ਹੈ ਉਪਰਾਲਾ ਵੀ। ਬਾਕੀ ਹੌਸਪੀਟਲਾਂ ਦਾ ਜਿਹੜਾ ਮਿਆਰ ਹੈ, ਸਿਵਲ ਹੌਸਪੀਟਲਸ ਵਗੈਰਾ, ਇਹ ਥੋੜ੍ਹੇ ਜਿਹੇ ਮੋੜ ਵਾਲਾ ਵੀ ਬੜਾ ਡੈਡ ਪਿਆ। ਸੋ ਇਹ ਚੀਜ਼ਾਂ ਬਹੁਤ ਲੋੜ ਹੈ ਇਹਨਾਂ ਚੀਜ਼ਾਂ ਦੀ ਵੀ, ਇਹਨਾਂ ਨੂੰ ਕਾਇਦੇ ਨਾਲ ਸਾਰਿਆਂ ਨੂੰ ਡਿਵੈਲਪਮੈਂਟ ਦੇ ਤੌਰ ਤੇ ਇਹਨੂੰ ਦੇਖਿਆ ਜਾਵੇ। ਬਿਕੋਜ਼ ਹੈਲਥ ਕੇਅਰ ਤੇ ਐਜੂਕੇਸ਼ਨ ਤਾਂ ਬਹੁਤ ਹੀ ਇੱਕ ਬੇਸਿਕ ਨੀਡ ਹੈ ਜੇ ਆਪਾਂ ਤਰੱਕੀ ਕਰਨੀ ਹੈ ਜੀ। ਸੋ ਆਪਣੀ ਅੱਗੇ ਜਨਰੇਸ਼ਨ, ਜੇ ਆਪਣੀਆਂ ਲੜਕੀਆਂ ਨਹੀਂ ਪੜ੍ਹੀਆਂ ਲਿਖੀਆਂ ਹੋਣਗੀਆਂ ਤਾਂ ਅੱਗੇ ਵਾਲੀ ਜਨਰੇਸ਼ਨ ਕਿਵੇਂ ਹੋਊਗੀ, ਹੈ ਨਾ ਜੀ। ਸੋ ਉਹ ਮੇਰੀ ਪ੍ਰਾਇੋਰਟੀ ਹੈ। ਪਲੱਸ ਬੜੀ ਤਕਲੀਫ ਹੁੰਦੀ ਹੈ, ਡਰੱਗਸ ਦੀ ਬਹੁਤ ਵੱਡੀ ਪ੍ਰੋਬਲਮ ਹੈ, ਜਨਰੇਸ਼ਨ ਖਰਾਬ ਹੋ ਰਹੀ ਹੈ। ਮੇਰਾ ਉਧਰ ਵੀ ਪੂਰਾ ਧਿਆਨ ਰਹੂਗਾ। ਮੈਂ ਬਲਕਿ ਮਾਣ ਹੈ ਮੈਨੂੰ, ਮੇਰੇ ਲੋਕਾਂ ਨੇ ਬੜਾ ਮਾਣ ਬਖਸ਼ਿਆ ਕਿ ਜਦੋਂ ਮੇਰੀ ਜ਼ਿਲ੍ਹਾ ਪਰਿਸ਼ਦ ਦੀ ਚੋਣ ਹੋਈ, ਛੋਟਾ ਜਿਹਾ ਕਿੱਸਾ ਦੱਸਦੀ ਹਾਂ ਤੁਹਾਨੂੰ, ਮੈਂ ਕੈਂਪੇਨ ਸ਼ੁਰੂ ਕੀਤੀ ਆਪਦੀ। ਮੇਰਾ ਪਹਿਲਾ ਦਿਨ ਸੀ ਕੈਂਪੇਨ ਦਾ ਤੇ ਮੈਂ ਸ਼ੁਰੂ ਕੀਤੀ ਸੀ ਘੜੇਲੀ ਪਿੰਡ ਤੋਂ ਜੀ। ਮੈਂ ਕੈਂਪੇਨ ਲਈ ਆਈ, ਆ ਕੇ ਮੈਂ ਦੇਖਿਆ ਮੇਰੇ 8-10 ਵਰਕਰ ਸੀਗੇ ਉੱਥੇ ਪਾਰਟੀ ਦੇ, ਸਾਰੇ ਘਰਾਂ ਦੇ ਦਰਵਾਜ਼ੇ ਬੰਦ, ਸੁੰਨਸਰਾ, ਜਿਵੇਂ ਪਿੰਡ 'ਚ ਕੋਈ ਰਹਿੰਦਾ ਹੀ ਨਹੀਂ ਜੀ। ਮੈਂ ਬੜੀ ਹੈਰਾਨ ਹੋਈ ਵੀ ਮੈਨੂੰ ਐਕਸਪੈਕਟੇਸ਼ਨ ਸੀਗੀ ਵੀ ਇੱਕ ਲੇਡੀ ਕੈਂਡੀਡੇਟ ਹੋਵੇ ਤਾਂ ਲੇਡੀਜ਼ ਨਾਲ ਭਰਿਆ ਹੋਊਗਾ, ਨੈਚੁਰਲੀ ਗੱਲ। ਹਾਂ ਵੀ 150 ਲੇਡੀਜ਼ ਬੈਠੀਆਂ, ਮੈਨੂੰ ਮਤਲਬ ਮੈਨੂੰ ਸੀਗਾ ਵੀ ਮੈਨੂੰ ਉੱਥੋਂ ਬੂਸਟ ਮਿਲੂਗਾ। ਮੈਂ ਜਦੋਂ ਆਈ ਤਾਂ ਉੱਥੇ ਮੈਨੂੰ ਇੱਕ ਲੇਡੀ ਦੇਖਣ ਨੂੰ ਨਹੀਂ ਮਿਲੀ, 8-10 ਸਿਰਫ ਮੇਰੇ ਵਰਕਰ ਸੀਗੇ ਉੱਥੇ। ਤੇ ਮੈਂ ਉਹਨਾਂ ਨੂੰ ਆ ਕੇ ਪੁੱਛਿਆ, ਮੈਂ ਕਿਹਾ ਬੇਟਾ ਵੀ ਕੋਈ ਹੈ ਨਹੀਂ, ਮਤਲਬ ਕਿਵੇਂ, ਕੀ ਗੱਲ ਹੋ ਗਈ, ਇਕੱਠ ਨਹੀਂ ਹੋਇਆ? ਉਹ ਕਹਿੰਦੇ ਜੀ ਸਾਰੇ ਮਨਾ ਕਰ ਰਹੇ ਹੈ। ਮੈਂ ਕਿਹਾ ਜੀ ਕਿਉਂ ਮਨਾ ਕਰ ਰਹੇ? ਉਹ ਕਹਿੰਦੇ ਜੀ ਉਹਨਾਂ ਨੇ ਸ਼ਾਮਲ ਨਹੀਂ ਹੋਣਾ ਇਲੈਕਸ਼ਨ 'ਚ। ਮੈਂ ਕਿਹਾ ਜੀ ਕੋਈ ਪ੍ਰੋਬਲਮ, ਕੋਈ ਤਕਲੀਫ? ਉਹ ਕਹਿੰਦੇ ਜੀ ਕੋਈ ਕੁਛ ਨਹੀਂ ਦੱਸ ਰਿਹਾ, ਉਹਨਾਂ ਕਰਨੀ ਉਹਦਾ ਕਾਲੇ ਝੰਡੇ ਹੈ। ਓਬਵੀਅਸਲੀ ਮੈਨੂੰ ਟੈਨਸ਼ਨ ਹੋਈ ਵੀ ਇਹ ਕੀ ਚੀਜ਼ ਹੈ, ਉਹ ਬੜੀ ਵਾਜਬ ਜੀ ਗੱਲ ਹੈ। ਮੈਂ ਗਲੀ 'ਚ ਤੁਰਨਾ ਸ਼ੁਰੂ ਕਰਤਾ ਤੇ ਮੈਂ 8-10 ਦਰਵਾਜ਼ੇ ਖੜਕਾਏ। 8ਵੇਂ-10ਵੇਂ ਦਰਵਾਜ਼ੇ 'ਚੋਂ ਇੱਕ ਦਰਵਾਜ਼ੇ ਦੀ ਬਾਰੀ ਖੁੱਲੀ, ਇੱਕ ਲੇਡੀ ਬਾਹਰ ਆਈ ਤੇ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ। ਮੈਂ ਕਿਹਾ ਜੀ, ਮੈਂ ਝੁੱਕ ਕੇ ਦੇਖਿਆ ਤਾਂ ਉੱਥੇ 40-50 ਲੇਡੀਜ਼ ਅੰਦਰ ਬੈਠੀਆਂ ਜੀ। ਮੈਂ ਕਿਹਾ ਜੀ ਮੈਂ ਅੰਦਰ ਆ ਸਕਦੀ ਹਾਂ? ਤੇ ਉਹ ਕਹਿੰਦੇ ਜੀ ਆ ਜਾਓ। ਮੈਂ ਅੰਦਰ ਗਈ ਤੇ ਉੱਥੇ ਲੇਡੀਜ਼ ਨੂੰ ਮੈਂ ਮਿਲੀ ਸਾਰੀਆਂ ਨੂੰ। ਮੈਂ ਕਿਹਾ ਜੀ ਕੋਈ ਨਾਰਾਜ਼ਗੀ ਹੈ, ਮੇਰੇ ਤੋਂ ਕੋਈ ਗਲਤੀ ਹੋ ਗਈ ਵੀ ਮੈਂ ਅੱਜ ਪਿੰਡ ਆਉਣਾ ਸੀ ਤੇ ਮੈਨੂੰ ਬੜੀ ਤਕਲੀਫ ਹੋਈ ਕਿ ਤੁਸੀਂ ਕੋਈ ਵੀ ਮੈਨੂੰ ਮਿਲਣ ਨਹੀਂ ਆਏ। ਮੈਂ ਕਿਹਾ ਵੀ ਮੈਂ ਕੁਛ ਕਰ ਸਕਦੀ ਹਾਂ ਤੁਹਾਡੇ ਲਈ, ਕੋਈ ਗਲਤੀ ਹੋਈ? ਉਹ ਕਹਿੰਦੀਆਂ ਵੀ ਬੀਬੀ ਜੀ ਵੀ ਹੱਥ ਬਣਾ ਲਓ, ਸਾਨੂੰ ਕੋਈ ਮਤਲਬ ਨਹੀਂ ਵੋਟਾਂ ਨਾਲ, ਸਾਨੂੰ ਕੋਈ ਮਤਲਬ ਨਹੀਂ ਡਿਵੈਲਪਮੈਂਟ ਨਾਲ, ਸਾਨੂੰ ਗਲੀਆਂ ਪੱਕੀਆਂ ਚਾਹੀਦੀਆਂ। ਆਹ ਸਾਡੇ ਘਰਾਂ ਦਾ ਹਾਲ ਦੇਖ ਲਓ, ਕੱਚੇ ਘਰ ਜੀ ਉਸ ਪਿੰਡ 'ਚ ਜੀ। ਮੈਨੂੰ ਹੈਰਾਨੀ ਹੋਈ ਵੀ ਇਹੋ ਜਿਹੇ ਪਿੰਡ ਵੀ ਹੈਗੇ ਆ ਸਾਡੇ, ਹਨਾ, ਵੀ ਇਹੋ ਜਿਹੀ ਹਾਲਾਤ 'ਚ ਵੀ ਅੱਜ ਦੀ ਡੇਟ 'ਚ ਵੀ ਲੋਕ ਰਹਿੰਦੇ ਆ। 2003 ਵੀ ਕੋਈ ਇੰਨਾ ਮਾੜਾ ਦੌਰ ਨਹੀਂ ਸੀ, 21ਵੀਂ ਸਦੀ ਸਟਾਰਟ ਹੋ ਗਈ ਸੀ, ਇੰਨਾ ਮਾੜਾ ਦੌਰ ਨਹੀਂ ਸੀ, ਪਰ ਮੈਨੂੰ ਬੜੀ ਹੈਰਾਨੀ ਹੋਈ। ਮੈਂ ਕਿਹਾ ਜੀ ਇੰਨੀ ਮਾੜੀ ਹਾਲਤ ਵੀ ਕਿਉਂ? ਉਹ ਕਹਿੰਦੇ ਜੀ ਅਸੀਂ ਬੱਚੇ ਬੁਲਾਉਂਦੇ ਹਾਂ, ਤੁਸੀਂ ਉਹਨਾਂ ਨੂੰ ਮਿਲੋ। ਉਹਨਾਂ ਨੇ 2-3 ਬੱਚੇ ਬੁਲਾਏ, ਕੋਈ 10 ਸਾਲ ਉਮਰ ਦੇ।
ਬੱਚਿਆਂ ਨੂੰ ਬੁਲਾ ਕੇ ਮੈਨੂੰ ਕਹਿੰਦੀ ਆ ਜੀ ਇਹਨਾਂ ਦੀਆਂ ਅੱਖਾਂ ਦੇਖੋ। ਮੈਂ ਬੱਚਿਆਂ ਦੀ ਅੱਖਾਂ ਕੰਨੀ ਦੇਖਿਆ ਜੀ, ਬੱਚਿਆਂ ਦੀਆਂ ਅੱਖਾਂ ਬਿਲਕੁਲ ਲਾਲ। ਮੈਂ ਕਿਹਾ ਜੀ ਕੁਛ ਬਿਮਾਰੀ ਫੈਲੀ ਹੈ, ਕੋਈ ਅੱਖਾਂ ਦੁਖਣੀਆਂ ਆਈਆਂ, ਕੀ ਹੋਇਆ? ਕਹਿੰਦੇ ਜੀ ਇਹ ਨਸ਼ੇ 'ਚ ਨੇ। 10-10 ਸਾਲ ਦੇ ਬੱਚੇ। ਮੈਂ ਕਿਹਾ ਜੀ ਬੱਚੇ ਕਿਵੇਂ ਨਸ਼ੇ 'ਚ ਹੋ ਸਕਦੇ ਆ ਵੀ ਇੰਨੇ ਛੋਟੇ ਛੋਟੇ? ਤਾਂ ਉਹਨਾਂ ਨੇ ਮੇਰੇ ਧਿਆਨ 'ਚ ਕਰਾਇਆ, ਕਹਿੰਦੇ ਵੀ ਸਾਡੇ ਰਾਜਸਥਾਨ ਤੋਂ ਕੋਈ ਕੈਂਫਰ ਨਾਂ ਦਾ ਕੋਈ ਨਸ਼ਾ ਆਉਂਦਾ, ਇੱਕ ਸਿਰਪ ਹੁੰਦੀ ਹੈ, 400 ml ਦੀ ਬੋਟਲ ਹੁੰਦੀ ਹੈ, 700 ਰੁਪਏ ਦੀ ਇੱਕ ਬੋਟਲ ਆਉਂਦੀ ਉਸ ਟਾਈਮ ਤੇ, 700 ਰੁਪਏ ਦੀ ਇੱਕ ਬੋਟਲ ਆਉਂਦੀ ਹੈ। ਉਹ ਕਹਿੰਦੇ ਗੱਟੂ ਕਹਿੰਦੇ ਸੀ, ਗੱਟੂ ਕਹਿੰਦੇ ਸੀ। ਉਹ ਕਹਿੰਦੇ ਵੀ ਔਨ ਐਵਰੇਜ 3 ਤੋਂ 4 ਬੋਤਲਾਂ ਇੱਕ ਆਦਮੀ ਪੀ ਜਾਂਦਾ ਸਾਡੇ ਪਿੰਡ ਦਾ। ਤੇ ਮੈਂ ਕਿਹਾ ਜੀ ਆਉਂਦਾ ਕਿੱਥੋਂ? ਕਹਿੰਦੇ ਰਾਜਸਥਾਨ ਤੋਂ। ਮੈਂ ਕਿਹਾ ਜੀ ਆਈ ਕਿਵੇਂ ਆ ਜਾਂਦਾ ਰਾਜਸਥਾਨ ਤੋਂ? ਕਹਿੰਦੇ ਬਸ ਜੀ ਟਰੱਕ ਆਉਂਦਾ, ਸਾਡੇ ਸਰਪੰਚ ਸਾਹਿਬ ਹੈ ਜਿਹੜੇ ਉਹਨਾਂ ਦੇ ਘਰੇ ਲੈਂਦਾ, ਉਹ ਗੁੱਠੇ ਲਵਾ ਲੈਂਦੇ ਆ, ਸਾਡੇ ਬੰਦੇ ਬੋਤਲਾਂ ਲੈ ਆਉਂਦੇ ਆ, ਸਾਡੀਆਂ ਸਾਰਿਆਂ ਦੀਆਂ ਜ਼ਮੀਨਾਂ ਗੁੱਠੇ ਲੱਗੇ ਹੋਏ ਆ, ਸਾਡੇ ਬੰਦੇ ਖੇਤ ਨਹੀਂ ਜਾਂਦੇ, ਬੰਦੇ ਗੱਟੂ ਪੀ ਕੇ ਨਾਲੀਆਂ ਤੇ ਡਿੱਗੇ ਰਹਿੰਦੇ, ਜਿਹੜੇ ਬੋਤਲਾਂ 'ਚ ਬਚ ਜਾਂਦਾ ਉਹ ਸਾਡੇ ਬੱਚੇ ਪੀ ਜਾਂਦੇ। ਉਹ ਕਹਿੰਦੇ ਸਾਡੀ ਇੰਨੀ ਮਾੜੀ ਹਾਲਤ ਹੈ ਵੀ ਸਾਡੀ ਲੜਕੀਆਂ ਦਾ ਕੋਈ ਰਿਸ਼ਤਾ ਨਹੀਂ ਲੈਂਦਾ ਕਿ ਸਾਡੇ ਕੋਲੇ ਕੁਛ ਦੇਣ ਨੂੰ, ਸਾਡੇ ਲੜਕਿਆਂ ਦਾ ਰਿਸ਼ਤਾ ਨਹੀਂ ਹੁੰਦਾ ਕਿਉਂਕਿ ਸਾਡੇ ਲੜਕੇ ਨਸ਼ੇ ਕਰਦੇ। ਤੇ ਸਾਨੂੰ ਤਾਂ ਹੱਥ ਬਣਾ ਲਓ, ਤੁਸੀਂ ਘਰੇ ਬਹਿ ਜਾਓ, ਤੁਹਾਨੂੰ ਵੋਟਾਂ ਪਾ ਦਿਆਂਗੇ ਸਾਰੀਆਂ, ਤੁਸੀਂ ਧੰਨਵਾਦ ਕਰਨ ਆ ਜਾਓ ਜਿੱਤ ਕੇ, ਪਰ ਤੁਸੀਂ ਨਾ ਦੁਬਾਰੇ ਪਿੰਡ 'ਚ ਨਾ ਆਇਓ ਜਿੰਨਾ ਚਿਰ ਸਾਡਾ ਗੱਟੂ ਨਹੀਂ ਬੰਦ ਹੁੰਦਾ। ਮੈਂ ਜੀ ਉੱਥੇ ਕੈਂਪੇਨ ਛੱਡੀ, ਮੈਂ ਸਿੱਧੀ SSP ਆਫਿਸ ਬਠਿੰਡਾ ਗਈ। ਮੈਂ ਬਾਈ ਨੇਮ ਜ਼ਿਕਰ ਕਰੂੰਗੀ ਕਿ ਸਾਡੇ ਹੁਣ ADGP ਵਿਜੀਲੈਂਸ ਹੈਗੇ ਆਪਣੇ ਈਸ਼ਵਰ ਸਿੰਘ ਜੀ, ਬਹੁਤ ਓਨੈਸਟ ਆਫਿਸਰ ਤੇ ਬਹੁਤ ਵਧੀਆ ਆਫਿਸਰ। ਉਹ ਉਸ ਟਾਈਮ ਤੇ SSP ਸੀਗੇ। ਮੈਂ ਸਿੱਧੀ ਉਹਨਾਂ ਦੇ ਵਿਦਆਊਟ ਅਪੁਆਇੰਟਮੈਂਟ ਮੈਂ ਸਿੱਧੀ ਆਫਿਸ ਗਈ ਤੇ ਮੈਂ ਕਿਹਾ ਜੀ ਮਿਸਟਰ ਈਸ਼ਵਰ ਵੀ ਤੁਹਾਨੂੰ ਇੱਕ ਬੇਨਤੀ ਕਰਨੀ ਸੀ। ਕਹਿੰਦੇ ਜੀ ਦੱਸੋ ਮੈਡਮ। ਮੈਂ ਕਿਹਾ ਜੀ ਨਕਸ਼ਾ ਕੱਢੋ। ਉਹਨਾਂ ਨੇ ਨਕਸ਼ਾ ਕੱਢਿਆ ਤੇ ਮੈਂ ਕਿਹਾ ਜੀ ਆਹ 2 ਪਿੰਡ। ਮੈਂ ਕਿਹਾ ਮੈਂ ਸਿੱਧੀ ਆ ਰਹੀ ਹਾਂ ਤੇ ਮੈਂ ਕਿਹਾ ਮੈਨੂੰ ਬੜਾ ਦੁੱਖ ਹੋਇਆ, ਮੇਰਾ ਪਹਿਲਾ ਦਿਨ ਸੀ ਕੈਂਪੇਨ ਦਾ। ਮੈਂ ਕਿਹਾ ਲੋਕ ਬਾਹਰ ਨਹੀਂ ਆਏ ਤੇ ਗੱਟੂ ਆ ਰਿਹਾ, ਸਪਲਾਈ ਹੋ ਰਿਹਾ, ਮੈਨੂੰ ਨਹੀਂ ਪਤਾ ਕੋਈ ਮੁਲਾਜ਼ਮ ਵੀ ਇਹਦੇ 'ਚ ਸ਼ਾਮਲ, ਮੈਨੂੰ ਨਹੀਂ ਪਤਾ ਕੀ ਹੈ, ਪਰ ਤੁਸੀਂ ਪਲੀਜ਼ ਇਸ ਚੀਜ਼ ਨੂੰ ਹੁਣੇ ਇਹਨੂੰ ਰੋਕੋ। ਮੈਂ ਕਿਹਾ ਮੈਂ ਉਨੀ ਦੇਰ ਕੈਂਪੇਨ ਤੇ ਹੀ ਨਹੀਂ ਜਾਣਾ। ਮੈਂ ਕਿਹਾ ਵੀ ਇਹ ਤਾਂ ਬਹੁਤ ਮਾੜੀ ਗੱਲ ਹੈ। ਮੈਂ ਉਹਨੂੰ ਸਾਰੀ ਸਿਚੁਏਸ਼ਨ ਸਮਝਾਈ। ਉਹ ਕਹਿੰਦੇ ਮੈਡਮ 24 ਘੰਟੇ, ਕਹਿੰਦੇ 24 ਘੰਟਿਆਂ 'ਚ everything is going to be normal। 24 ਘੰਟੇ ਟੱਪੇ ਨਹੀਂ ਜੀ, ਉਸੇ ਰਾਤ ਮੈਨੂੰ ਫੋਨ ਆਉਣੇ ਸ਼ੁਰੂ ਹੋ ਗਏ। ਟਰੱਕ ਫੜ ਲਿਆ ਜੀ ਉੱਥੇ ਨਾਕੇ ਤੇ, ਟਰੱਕ ਫੜ ਲਿਆ ਜੀ ਸਰਪੰਚ ਸਾਹਿਬ ਜੀ ਅੰਦਰ ਹੈ। ਮਤਲਬ ਵਿਦਿਨ ਮੈਨੂੰ ਲੱਗਦਾ 12 ਘੰਟੇ ਵੀ ਨਹੀਂ ਟੱਪਣ ਦਿੱਤੇ ਹੋਣੇ ਉਹਨਾਂ ਨੇ। ਸੋ SSP ਸਾਹਿਬ ਨੇ ਬੜਾ ਚੰਗਾ ਕੰਟਰੋਲ ਕੀਤਾ। ਹਾਲਾਂਕਿ ਮੇਰੇ ਸਾਹਮਣੇ ਉਹਨਾਂ ਨੇ ਫੋਨ ਕੀਤਾ DSP ਸਾਹਿਬ ਨੂੰ, ਕਹਿੰਦੇ ਜੇ ਮੈਨੂੰ ਪਤਾ ਲੱਗ ਗਿਆ ਵੀ ਕੋਈ ਮੁਲਾਜ਼ਮ ਸ਼ਾਮਲ ਹੈ, ਕਹਿੰਦੇ ਮੈਂ ਉਹਦੇ ਨਾਲ ਕੀ ਕਰੂੰਗਾ ਇਹ ਤਾਂ ਮੈਂ ਬਾਅਦ 'ਚ ਦੱਸੂਗਾ, ਤੇ ਬਸ ਆਹ ਚੀਜ਼ ਬੰਦ ਹੋਣੀ ਚਾਹੀਦੀ ਇਮੀਡੀਏਟਲੀ। ਤੇ ਉਸ ਤੋਂ ਬਾਅਦ ਮੈਨੂੰ ਹਜੇ ਵੀ, ਤੁਸੀਂ ਯਕੀਨ ਨਹੀਂ ਮੰਨੋਗੇ, ਤੁਸੀਂ ਕਹਿ ਰਹੇ ਹੋ ਮੈਂ ਐਬਸੈਂਟ ਸੀ, ਮੈਨੂੰ ਹਲੇ ਵੀ ਮੇਰੇ ਹਲਕੇ 'ਚੋਂ ਉਹਨਾਂ ਪਿੰਡਾਂ 'ਚੋਂ ਫੋਨ ਆਉਂਦੇ ਆ। ਲੇਡੀਜ਼ ਅੱਜ ਵੀ ਕਹਿੰਦੀਆਂ ਬੀਬੀ ਜੀ ਤੁਸੀਂ ਇੱਕ ਕੰਮ ਬਹੁਤ ਵਧੀਆ ਕਰ ਗਏ ਵੀ ਸਾਡੀ ਜਾਨ ਸੌਖੀ ਹੋ ਗਈ, ਸਾਡੇ ਬੰਦੇ ਕੰਮ ਕਰਨ ਲੱਗ ਗਏ। ਸੋ ਨਸ਼ੇ ਤੋਂ ਤਾਂ ਮੈਂ ਪਹਿਲਾਂ ਤੋਂ ਹੀ ਖਿਲਾਫ ਹਾਂ ਜੀ। ਉਹ ਤਾਂ ਗੱਟੂ ਜਿਹੋ ਜਿਹਾ ਵੀ ਨਸ਼ਾ ਸੀ, ਹੁਣ ਤਾਂ ਉਦੋਂ ਮਾੜੇ ਨਸ਼ੇ ਆ ਗਏ। ਸੋ ਮੈਂ ਚਾਹੁੰਦੀ ਹਾਂ ਵੀ ਸਾਡੀ ਜਨਰੇਸ਼ਨ ਬਿਲਕੁਲ ਖਰਾਬ ਨਾ ਹੋਵੇ ਤੇ ਮੈਂ ਜਿੰਨਾ ਵੀ ਉਪਰਾਲਾ ਉਹਦੇ ਲਈ ਕਰ ਸਕਾਂ ਮੈਂ ਜ਼ਰੂਰ ਆਪਣੇ ਬੱਚਿਆਂ ਨੂੰ, ਯੂਥ ਨੂੰ ਦੂਜੇ ਪਾਸੇ ਲਾ ਕੇ। ਉਦੋਂ ਵੀ ਮੈਂ ਜ਼ਿਲ੍ਹਾ ਪਰਿਸ਼ਦ 'ਚ ਹੁੰਦੀ ਸੀ ਤਾਂ ਮੇਰੀ ਕੋਸ਼ਿਸ਼ ਰਹਿੰਦੀ ਸੀ ਵੀ ਮੈਂ ਪਿੰਡਾਂ 'ਚ ਜਿੰਨਾ ਵੀ ਬੱਚਿਆਂ ਨੂੰ ਕੋਈ ਜਿਮ ਵਾਸਤੇ ਏਡ ਜਾਂ ਉਹਨਾਂ ਨੂੰ ਕੋਈ ਸਪੋਰਟਸ ਵਾਸਤੇ ਏਡ, ਮੈਂ ਆਲਮੋਸਟ ਸਾਰੇ ਪਿੰਡਾਂ 'ਚ ਕੋਸ਼ਿਸ਼ ਕਰਕੇ ਕਲੱਬਾਂ ਦੇ ਕਲੱਬ ਮੁੰਡੇ ਬੁਲਾ ਕੇ ਉਹਨਾਂ ਨੂੰ, ਕਿਸੇ ਨੂੰ ਵਾਲੀਬਾਲ ਦਾ ਸਾਰਾ ਅਰੇਂਜ ਕਰਕੇ ਵੀ ਤੁਸੀਂ ਬਣਾਓ ਆਪਦਾ ਕੋਰਟ, ਵਾਲੀਬਾਲ, ਬਾਸਕਟਬਾਲ, ਕ੍ਰਿਕਟ ਕਿਟਸ। ਤਾਂ ਮੈਂ ਕਦੇ ਕਦੇ ਕੋਈ ਟੂਰਨਾਮੈਂਟ ਰਖਾ ਲੈਣਾ ਵੀ ਚਲੋ ਖੇਡੋ, ਕਿਉਂਕਿ ਬਹੁਤ ਜ਼ਰੂਰੀ ਹੈ ਜਦੋਂ ਸਪੋਰਟਸ ਐਕਟੀਵਿਟੀਜ਼ 'ਚ ਬੱਚਿਆਂ ਦਾ ਇੰਟਰਸਟ ਬਣ ਜੇ ਤਾਂ ਫਿਰ ਨਸ਼ਾ ਤੋਂ ਤੁਹਾਨੂੰ ਆਪੇ ਫਿਟਨੈਸ ਦਾ ਵੀ ਇੰਟਰਸਟ ਬਣ ਜਾਂਦਾ ਤੇ ਤੁਸੀਂ ਗਲਤ ਪਾਸੇ ਨਹੀਂ ਜਾਂਦੇ। ਕੀ ਕਹਿਣਾ ਚਾਹੋਗੇ ਮੌੜ ਹਲਕੇ ਦੇ ਵੋਟਰਾਂ ਨੂੰ, ਸਮੁੱਚਿਆਂ ਨੂੰ?
ਵੋਟਰਾਂ ਨੂੰ ਮੈਂ ਕੀ ਕਹਿ ਸਕਦੀ ਹਾਂ ਜੀ, ਉਹਨਾਂ ਦਾ ਡਿਸੀਜਨ ਹੈ, ਉਹਨਾਂ ਦੀ ਮਰਜ਼ੀ ਹੈ। ਮੈਨੂੰ ਤਾਂ ਉਹਨਾਂ ਦੀ ਹਰ ਮਰਜ਼ੀ ਸਿਰ ਮੱਥੇ, ਤੇ ਮੈਂ ਤਾਂ ਉਹਨਾਂ ਲਈ ਕੰਮ ਕਰਨਾ ਹੈ ਤੇ ਮੈਂ ਉਹਨਾਂ ਦੇ ਨਾਲ ਆ। ਮੇਰਾ ਆਖਰੀ ਸਵਾਲ ਹੈ, ਚੰਨੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖ ਰਹੇ ਹੋ? ਉਹਦੇ ਨਾਲ ਕਾਂਗਰਸ ਦਾ ਗ੍ਰਾਫ ਉੱਪਰ ਆਇਆ ਹੈ। ਬਹੁਤ ਵਧੀਆ ਜੀ, ਬਹੁਤ ਵਧੀਆ। ਮੇਰਾ ਖਿਆਲ ਹੈ ਕਿ ਫਰਕ ਹੁੰਦਾ ਹੈ, ਵਾਕਈ ਫਰਕ ਹੁੰਦਾ ਹੈ, ਜਿਹੜਾ ਬੰਦਾ ਗ੍ਰਾਸ ਰੂਟ ਤੋਂ ਗਰੋ ਕੀਤਾ ਹੋਵੇ। ਜੀ, ਉਹਨਾਂ ਨੇ ਮੁਸ਼ਕਿਲਾਂ ਦੇਖੀਆਂ, ਉਹਨਾਂ ਨੇ ਖੁਦ ਵੀ ਉਹੋ ਜਿਹਾ ਜੀਵਨ ਵੀ ਦੇਖਿਆ ਬਤੀਤ ਕੀਤਾ ਜੀ, ਤੇ ਉਹਨਾਂ ਨੇ ਉਸ ਤੋਂ ਬਾਅਦ ਐਜ਼ ਅ ਪੋਲੀਟੀਸ਼ੀਅਨ ਵੀ ਉਹਨਾਂ ਨੇ ਥੱਲੋਂ ਗਰੋ ਕੀਤਾ ਜੀ। ਸੋ ਉਹਨਾਂ ਨੂੰ ਬਹੁਤ ਅੰਦਾਜ਼ਾ ਹੈ, ਇਸ ਗੱਲ ਦਾ ਪਕੜ ਹੈ ਉਹਨਾਂ ਦੀ ਵੀ ਆਮ ਲੋਕਾਂ ਦੀਆਂ ਕੀ ਮੁਸ਼ਕਿਲਾਂ ਜੀ, ਔਰ ਬੜੀ ਅਪਰੋਚੇਬਲ ਸੀਐਮ ਹੈ। ਔਰ ਉਦੋਂ ਵੀ ਵਧੀਆ ਗੱਲ ਉਹਨਾਂ ਦੀ ਵੀ ਉਹ ਜਿਹੜਾ ਇੰਨਾ VIP ਕਲਚਰ ਖਤਮ ਕਰਕੇ ਉਹਨਾਂ ਨੇ ਜਿਹੜਾ ਸਿਕਿਉਰਿਟੀਜ਼ ਹਟਾਤੀਆਂ ਤੇ ਉਹ ਜਿੱਥੇ ਮਰਜ਼ੀ ਹੁੰਦੀ ਆ ਉਹ ਗੱਡੀ 'ਚ ਉਤਰ ਕੇ ਲੋਕਾਂ ਨੂੰ ਮਿਲਣ ਲੱਗ ਜਾਂਦੇ ਆ। ਤੇ ਮਤਲਬ ਇਹ ਚੀਜ਼ ਨੇ ਨਾ ਡਿਸਟੈਂਸਸ ਘਟਾਏ। ਆੜਾ ਸੀਗਾ ਜਿਹੜਾ ਲੋਕਾਂ ਨੂੰ, ਹਾਂਜੀ, ਲੋਕਾਂ ਨੂੰ ਇੱਕ ਵਿਸ਼ਵਾਸ ਨਵਾਂ ਮਿਲਿਆ ਕਿ ਦੇਖੋ ਸੀਐਮ ਵੀ ਤਾਂ ਨੁਮਾਇੰਦੇ ਹੈ ਨਾ, ਬਿਲਕੁਲ ਸਾਡੀ ਭੈਣ ਭਰਾ ਉਹ ਹੁੰਦੇ ਆ। ਡਿਸਟੈਂਸ ਨਹੀਂ ਹੋਣਾ ਚਾਹੀਦਾ ਜਦੋਂ ਚਾਹੇ ਤੁਸੀਂ ਕਿਸੇ ਵੀ ਪੋਸਟ ਤੇ ਹੋ, ਤੁਹਾਨੂੰ ਬਣਾਇਆ ਤਾਂ ਲੋਕਾਂ ਨੇ ਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਅਪਰੋਚੇਬਲ ਹੋ। ਹੁਣ ਆਪਾਂ ਪ੍ਰਿਯੰਕਾ ਜੀ ਨੂੰ ਵੀ ਦੇਖਦੇ ਹਾਂ, ਰਾਹੁਲ ਜੀ ਨੂੰ ਵੀ ਦੇਖਦੇ ਹਾਂ, ਮਤਲਬ ਉਹ ਆਪਦਾ ਦਾਇਰਾ ਛੱਡ ਕੇ ਸਿਕਿਉਰਿਟੀ ਦਾ ਡੀ ਕ੍ਰਾਸ ਕਰਕੇ ਉਹ ਵਿੱਚ ਵੜ ਜਾਂਦੇ ਕਰਾਊਡ ਦੇ, ਕਿਉਂਕਿ ਮਤਲਬ ਜੇ ਆਪਾਂ ਲੋਕਾਂ ਤੋਂ ਹੀ ਡਰਾਂਗੇ, ਹੁਣ ਮੈਂ ਕਈ ਦੇਖਦੀ ਹਾਂ ਆਪਦੇ ਨਾਲ ਦੇ ਪੋਲੀਟੀਸ਼ੀਅਨਸ ਜਾਂ ਜਿਵੇਂ ਇੰਨੀ ਤੁਸੀਂ ਸਿਕਿਉਰਿਟੀ ਲੈ ਕੇ ਨਾਲ ਫਿਰਦੇ ਹੋ, ਤੁਸੀਂ ਇੰਨੇ ਜਣੇ, ਜਦੋਂ ਤੁਸੀਂ ਆਪਦੇ ਪਰਿਵਾਰ 'ਚ ਵਿਚਰ ਰਹੇ ਹੋ, ਜਦੋਂ ਤੁਸੀਂ ਇਹ ਹੌਸਲਾ ਕਰ ਲਿਆ ਕਿ ਤੁਸੀਂ ਉੱਥੋਂ ਇਲੈਕਸ਼ਨ ਲੜਨੀ ਹੈ ਤੇ ਤੁਸੀਂ ਤੁਹਾਡਾ ਹੀ ਪਰਿਵਾਰ ਹੈ, ਤੁਹਾਡਾ ਹਲਕਾ, ਤੇ ਤੁਹਾਨੂੰ ਉੱਥੇ ਹੀ ਡਰ ਹੈ, ਤਾਂ ਫਿਰ ਤਾਂ ਆਪਾਂ ਜਿਉ ਹੀ ਨਹੀਂ ਸਕਦੇ ਜੀ। ਕੀ ਕਰੋਗੇ ਤੁਸੀਂ? ਫਿਰ ਸਿਕਿਉਰਿਟੀ ਦਾ ਮਤਲਬ ਕੀ ਹੈ? ਆਪਾਂ ਲੋਕਾਂ ਨੂੰ ਡਿਸਟੈਂਸ ਤੇ ਰੱਖ ਕੇ ਤਾਂ ਨਹੀਂ ਵਿਚਰ ਸਕਦੇ ਜੀ। ਇਹ ਸਨ ਮੈਡਮ ਪਰਮਜੀਤ ਕੌਰ ਪੀਰਜ਼ਾਦਾ ਜੀ, ਜਿਨ੍ਹਾਂ ਨੇ ਦੱਸਿਆ ਵੀ ਪਾਰਟੀ ਹਾਈ ਕਮਾਂਡ ਦਾ ਥਾਪੜਾ, ਮੈਂ ਹੁਣ ਲੋਕਾਂ ਲਈ ਕੰਮ ਕਰਨਾ ਚਾਹੁੰਦੀ ਹਾਂ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੋਂ ਫਾਰਗ ਹੋਇਆਂ ਹੁਣ ਜਿਹੜਾ ਆਪਣਾ ਅਗਲਾ ਜੀਵਨ ਹੈ, ਜਿੰਨੇ ਉਹ ਲੋਕਾਂ ਦੀ ਭਲਾਈ ਲਈ ਕੰਮ ਕਰਾਂਗੇ, ਹਲਕਾ ਮੌੜ ਦੇ ਵਿੱਚ ਵਿਚਰਾਂਗੇ। ਵੇਖਦੇ ਹਾਂ ਭਾਵੇਂ ਇਹ ਸਭ ਕੁਝ ਸਮੇਂ ਦੇ ਗਰਭ ਦੇ ਵਿੱਚ ਹੈ, ਪਾਰਟੀ ਕਿਸ ਨੂੰ ਇਹ ਥਾਪੀ ਦਿੰਦੀ ਹੈ ਤੇ ਕਿਸ ਨੂੰ ਚੋਣ ਮੈਦਾਨ ਵਿੱਚ ਉਤਾਰਦੀ ਹੈ। ਪਰ ਮੈਡਮ ਪੀਰਜ਼ਾਦਾ ਦੇ ਆਉਣ ਤੋਂ ਬਾਅਦ ਸਿਆਸੀ ਸਮੀਕਰਨ ਵੀ ਬੜੇ ਬਦਲੇ ਨੇ ਤੇ ਸਿਆਸਤ ਦੇ ਵਿੱਚ ਵੀ ਰੋਚਕਤਾ ਪੈਦਾ ਹੋਈ ਹੈ। ਮੈਂ ਲੁਭਾਸ ਸਿੰਘਲਾ ਦੇ ਨਾਲ ਕੁਮਾਰ ਬਿਸ਼ਵਜੀਤ ਅਤੇ ਗੁਰਪ੍ਰੀਤ ਸਿੰਘ, ਚੈਨਲ 7 ਡੇ ਨਿਊਜ਼।